ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬੀ। ਇਸ ਦੇ ਨਾਲ ਹੀ ਮੇਰੇ ਨਾਲ ਮਮਤਾ ਸ਼ਰਮਾ ਜੀ ਵੀ ਹਾਜ਼ਰ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਮਮਤਾ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਜੀ ਮਮਤਾ, ਆਪਾਂ ਗੱਲ ਕਰ ਰਹੇ ਹਾਂ ਯੂਕਰੇਨ ਦੀ। ਅੱਜ ਯੂਕਰੇਨ ਦੇ ਵਿੱਚ ਜੋ ਹਾਲਾਤ ਨੇ ਉਹ ਬਹੁਤ ਮਾੜੇ ਨੇ, ਜੋ ਕਿ ਹਲੇ ਤੱਕ ਲਗਾਤਾਰ ਚੱਲਦੇ ਆ ਰਹੇ ਨੇ ਤੇ ਉਹ ਹਾਲਾਤ ਹੋਰ ਪੱਧਰ ਹੁੰਦੇ ਜਾ ਰਹੇ ਨੇ, ਜਿਵੇਂ ਕਿ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਪਰ ਜਿਹੜੀ ਇਹ ਜੰਗ ਵਿਚਾਲੇ ਜਿਹੜੀ ਸਾਡੇ ਭਾਰਤ ਦੀ ਸਰਕਾਰ ਹੈ, ਉਹ ਸੁੱਤੀ ਹੋਈ ਨੀਂਦ ਦੇ ਵਿੱਚ ਹੁਣ ਜਾਗਦੀ ਨਜ਼ਰ ਆ ਰਹੀ ਹੈ। ਜਿਵੇਂ ਕਿ ਪਹਿਲਾਂ ਉਹਨਾਂ ਨੇ ਮੈਡੀਕਲ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਖਰਚੇ ਦੱਸੇ ਹੋਏ ਸੀ, ਫੀਸ ਦੱਸੀ ਹੋਈ ਸੀ ਸਾਡੇ ਭਾਰਤ ਦੇ ਵਿੱਚ, ਜੋ ਲੋਕੀ ਬਾਹਰ ਜਾ ਕੇ ਯੂਕਰੇਨ ਦੇ ਵਿੱਚ ਜਾ ਕੇ ਮੈਡੀਕਲ ਦੀਆਂ ਪੜ੍ਹਾਈਆਂ ਕਰਦੇ ਸੀ, ਇੰਨਾ ਪੈਸਾ ਲਗਾ ਕੇ ਉੱਥੇ ਜਾ ਕੇ ਮੈਡੀਕਲ ਕਰਦੇ ਸੀ, ਜੋ ਕਿ ਇਸ ਜੰਗ ਦੇ ਵਿੱਚ, ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਅੱਜ ਉਹ ਫਸੇ ਹੋਏ ਨੇ ਤੇ ਇੰਨਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਅਸੀਂ ਆਪਣੇ ਘਰ ਨੂੰ ਵਾਪਸ ਜਾਵਾਂਗੇ, ਕਦੋਂ ਅਸੀਂ ਆਪਣੇ ਮਾਂ-ਬਾਪ ਨੂੰ ਮਿਲਾਂਗੇ। ਇਹਦੇ ਨਾਲ ਪ੍ਰੀਤ, ਜਿੱਦਾਂ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੱਤਾ ਹੈਗਾ ਕਿ ਅਸੀਂ ਯੂਕਰੇਨ ਤੇ ਰੂਸ ਬਾਰੇ ਗੱਲ ਕਰਨ ਲੱਗੇ ਹਾਂ। ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈਗਾ 8-10 ਦਿਨ ਤੋਂ ਅਸੀਂ ਮਤਲਬ ਆਪਣੇ ਦਰਸ਼ਕਾਂ ਨੂੰ, ਆਪਣੇ ਦੇਖਣ ਸੁਣਨ ਵਾਲਿਆਂ ਨੂੰ ਕੋਸ਼ਿਸ਼ ਹੁੰਦੀ ਕਿ ਅਸੀਂ ਯੂਕਰੇਨ ਤੇ ਰੂਸ ਦੇ ਜਿਹੜੇ ਵੀ ਤਾਜ਼ਾ ਅਪਡੇਟਸ ਹੈਗੇ, ਜੋ ਵੀ ਤਾਜ਼ਾ ਦੋਵਾਂ ਦੇਸ਼ਾਂ ਦੇ ਹਾਲਾਤ ਚੱਲ ਰਹੇ ਹੈਗੇ, ਅਸੀਂ ਇਸ ਸ਼ੋਅ ਦੇ ਰਾਹੀਂ ਉਹਨਾਂ ਹਾਲਾਤਾਂ ਨਾਲ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਕਿ ਸਰਕਾਰਾਂ ਤਾਂ ਬਾਰ-ਬਾਰ, ਤੁਹਾਡੀ ਕਾਲਜ ਵਾਲੀ ਗੱਲ ਮੈਂ ਬਾਅਦ ਚੋਂ ਚੱਕਾਂਗੀ, ਠੀਕ ਹੈ ਜੀ। ਜਿੱਦਾਂ ਕਿ ਸਰਕਾਰਾਂ ਸਾਨੂੰ ਬਾਰ-ਬਾਰ ਕਹਿ ਰਹੀਆਂ ਨੇ ਕਿ ਮਤਲਬ ਅਸੀਂ ਬੱਚਿਆਂ ਨੂੰ ਉੱਥੋਂ ਐਵੈਕੂਏਟ ਕਰਵਾਇਆ ਤੇ ਜਿਹੜੇ ਵੀ ਸਾਡੇ ਬੱਚੇ ਇੰਡੀਆ ਵਾਪਸ ਪਰਤ ਰਹੇ ਹੈਗੇ ਆ, ਉਹਨਾਂ ਦੇ ਮੂੰਹੋਂ ਜਿਹੜੇ ਹੈਗੇ ਸਾਨੂੰ ਸੱਚ ਜਿਹੜੇ ਹੈਗੇ ਸਾਡੇ ਸਾਹਮਣੇ ਆ ਰਹੇ, ਉਹ ਬਿਆਨ ਸਾਡੇ ਸਾਹਮਣੇ ਆ ਰਹੇ ਹੈਗੇ ਕਿ ਬੱਚੇ ਸੱਚਾਈਆਂ ਇਹ ਦੱਸ ਰਹੇ ਹੈਗੇ ਕਿ ਸਰਕਾਰਾਂ ਨੇ ਸਿਰਫ ਜਹਾਜ਼ ਪ੍ਰੋਵਾਈਡ ਕਰਾਏ ਹੈ, ਪਰ ਜਿਹੜਾ ਬੰਬਬਾਰੀ ਵਿੱਚੋਂ ਬਾਹਰ ਨਿਕਲਣ ਦਾ ਸਫ਼ਰ ਸੀਗਾ, ਜਿਹੜਾ ਰਸਤਾ ਸੀਗਾ, ਉਹ ਜਿਹੜਾ ਹੈਗਾ ਉਹ ਸਰਕਾਰ ਨੇ ਤੈਅ ਨਹੀਂ ਕਰਵਾਇਆ। ਉਹ ਰਸਤਾ ਜਿਹੜਾ 1000, 12, 1400 ਕਿਲੋਮੀਟਰ ਦਾ ਸੀਗਾ, ਉਹ ਰਸਤਾ ਬੱਚਿਆਂ ਨੇ ਖੁਦ ਤੈਅ ਕੀਤਾ ਹੈਗਾ। ਸੋ ਸਰਕਾਰਾਂ ਇਹ ਦਾਅਵੇ ਪ੍ਰੀਤ ਮੇਰੇ ਹਿਸਾਬ ਨਾਲ ਨਾ ਕਰਨ ਕਿ ਮਤਲਬ ਅਸੀਂ ਬੱਚਿਆਂ ਨੂੰ ਉੱਥੋਂ ਇਵੈਕੂਏਟ ਜਿਹੜਾ ਹੈਗਾ ਅਸੀਂ ਕਰਵਾਇਆ ਹੈਗਾ, ਕਿਉਂਕਿ ਇਹਦੇ ਵਿੱਚ ਬੱਚਿਆਂ ਦੇ ਆਪਣੇ ਐਫਰਟ ਹੈਗੇ ਆ। ਮਤਲਬ ਬੱਚੇ ਖੁਦ ਆਪਣੀਆਂ ਜਾਨਾਂ ਨੂੰ ਕਹਿੰਦੇ ਆ ਕਿ ਖਤਰੇ ਵਿੱਚ ਪਾ ਕੇ ਸੇਫ ਥਾਵਾਂ ਤੇ ਬੱਚਿਆਂ ਨੇ ਪਹੁੰਚਣ ਦੇ ਐਫਰਟ ਕੀਤੇ। ਇਹਦੇ ਵਿੱਚ ਵੈਸੇ ਬੱਚਿਆਂ ਦੇ ਨਾਲ ਆਪਣੇ ਕੋਲ ਕੁਝ ਕਾਲਜਸ ਦੇ ਵੀ, ਇੰਡੀਆ ਦੇ ਵੀ ਕੁਝ ਜਿੱਦਾਂ ਏਜੰਟਸ ਜਾਂ ਕਾਲਜਸ ਜਾਂ ਇਮੀਗ੍ਰੇਸ਼ਨ ਕੰਪਨੀਆਂ ਸੀ, ਉਹਨਾਂ ਨੇ ਬੱਚਿਆਂ ਨੂੰ ਉੱਥੋਂ ਨਿਕਲਣ ਵਿੱਚ ਬਹੁਤ ਸਪੋਰਟ ਕੀਤੀ ਹੈਗੀ ਹੈ। ਉਹ ਬੱਚਿਆਂ ਨੂੰ ਉੱਥੇ ਪੂਰਾ ਫੋਲੋ ਕਰ ਰਹੇ ਹੈਗੇ, ਬੱਚਿਆਂ ਦੀ ਬੱਸਾਂ ਦਾ ਅਰੇਂਜ ਕਰ ਰਹੇ, ਬੱਚਿਆਂ ਨੂੰ ਫੂਡ ਪ੍ਰੋਵਾਈਡ ਕਰ ਰਹੇ ਆ, ਸਭ ਕੁਝ ਕਰ ਰਹੇ ਹੈਗੇ ਹੈ। ਤੇ ਬੱਚੇ ਵੀ ਖੈਰ ਚਲੋ, ਮਤਲਬ ਇਸ ਵਕਤ ਉੱਥੇ ਮੇਨ ਟਾਰਗੇਟ ਇਹ ਸੀਗਾ ਕਿ ਯੂਕਰੇਨ ਵਿੱਚ ਆਪਣੇ ਇੰਡੀਅਨਸ ਕਿਸੇ ਵੀ ਸਟੇਟ ਤੋਂ ਬਿਲੋਂਗ ਕਰਦੇ ਹੋਣ, ਕਿ ਉਹ ਸਾਰੇ ਇਕਜੁੱਟ ਜਿਹੜੇ ਹੈਗੇ ਇਸ ਪਰੇਸ਼ਾਨੀ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਹੈਗਾ ਵੀ ਉਹ ਆਪਣੇ ਦੇਸ਼ਾਂ ਨੂੰ ਵਾਪਸ ਸਹੀ ਸਲਾਮਤ ਆਪਣੇ ਮਾਂ ਪਿਓ ਕੋਲ ਜਿਹੜਾ ਹੈਗਾ ਪਰਤ ਪਾਉਣ। ਤੇ ਇਹਦੇ ਨਾਲ ਹੀ ਨਾ ਜਿੱਦਾਂ ਕਿ ਅਸੀਂ ਆਪਣੇ ਸ਼ੋਅ ਵਿੱਚ ਰੋਜ਼ ਬਹਾਦਰੀ ਦੇ ਕਿੱਸੇ ਜਿਹੜੇ ਹੈਗੇ ਆ ਯੂਕਰੇਨੀਆਂ ਦੇ ਜਾਂ ਇੰਡੀਅਨਸ ਦੇ, ਕੋਈ ਨਾ ਕੋਈ ਅਸੀਂ ਬਹਾਦਰੀ ਦੇ ਕਿੱਸੇ ਜਿਹੜੇ ਹੈਗੇ ਉਹ ਸ਼ੇਅਰ ਕਰਦੇ ਰਹਿੰਦੇ ਹੈਗੇ। ਇੱਕ ਮੈਂ ਮਤਲਬ ਗੱਲ ਸ਼ੇਅਰ ਕਰਾਂਗੀ ਕਿ 2-4 ਦਿਨ ਪਹਿਲਾਂ ਕਿਸੇ ਯੂਕਰੇਨੀ ਨੂੰ ਜਿਹੜਾ ਹੈਗਾ ਵੀ, ਉਹ ਯੂਕਰੇਨੀ ਜਿਹੜੇ ਸੀਗੇ ਨਾਗਰਿਕ, ਉਹ ਘਾਇਲ ਹੋ ਗਏ ਸੀਗੇ। ਤਾਂ ਉਹ ਜਦੋਂ ਨਾਗਰਿਕ ਘਾਇਲ ਹੋਏ ਸੀਗੇ ਤੇ ਉਹਨਾਂ ਦੇ ਆਸ-ਪਾਸ ਆਪਣੇ ਇੰਡੀਅਨ ਬੱਚੇ ਜਿਹੜੇ ਕਿ MBBS ਕਰ ਰਹੇ ਸੀਗੇ, ਉਹ ਸਭ ਬੱਚੇ ਉਹਦੇ ਸਰਾਊਂਡਿੰਗ ਸੀਗੇ ਤੇ ਉਸ ਬੰਦੇ ਨੂੰ ਕਿਤੇ ਵੀ ਕਹਿੰਦੇ ਵੀ ਇਲਾਜ ਦੀ ਕੋਈ ਫੈਸਿਲਿਟੀ ਨਹੀਂ ਮਿਲ ਪਾ ਰਹੀ ਸੀਗੀ। ਤਾਂ ਉਦੋਂ ਆਪਣੇ ਇਹੀ ਇੰਡੀਅਨ ਬੱਚੇ ਜਿਹੜੇ ਹੈਗੇ, ਇਹਨਾਂ ਨੇ ਉਸ ਯੂਕਰੇਨੀ ਨਾਗਰਿਕ ਜਿਹੜੇ ਹੈਗੇ ਉਹਨਾਂ ਨੂੰ ਇਹਨਾਂ ਨੇ ਫਸਟ ਏਡ ਦਿੱਤੀ, ਉਹਨੂੰ ਟ੍ਰੀਟਮੈਂਟ ਕੀਤਾ। ਤਾਂ ਕਿਤੇ ਨਾ ਕਿਤੇ ਆਪਾਂ ਇਸ ਗੱਲ ਨੂੰ, ਮੈਂ ਤੁਹਾਡੇ ਕਾਲਜਾਂ ਵਾਲੀ ਗੱਲ ਨਾਲ ਹੁਣ ਐਡ ਔਨ ਕਰਨ ਲੱਗੀ ਹਾਂ ਕਿ ਜਿੱਦਾਂ ਸਰਕਾਰਾਂ ਇੰਡੀਆ ਵਿੱਚ ਜਿਹੜਾ ਹੈਗਾ ਸਹੂਲਤ ਨਹੀਂ ਦੇ ਰਹੀਆਂ ਹੈਗੇ MBBS ਦੀ ਪੜ੍ਹਾਈ ਨੂੰ, ਮਤਲਬ ਕਿ ਕੋਈ ਸਸਤੇ ਦਾਮਾਂ ਵਿੱਚ, ਸਸਤੀਆਂ ਫੀਸਾਂ ਵਿੱਚ ਜਿਹੜੀ ਹੈਗੀ ਹੈ ਪੜ੍ਹਾਈ ਹੋ ਪਾਵੇ, ਤਾਂ ਬੱਚਿਆਂ ਨੂੰ ਜਿਹੜਾ ਹੈਗਾ ਵੀ ਆਪਣਾ ਦੇਸ਼ ਛੱਡ ਕੇ ਬਾਹਰ ਜਾਣਾ ਪੈਂਦਾ। ਫਿਰ ਬਾਅਦ 'ਚ ਪਤਾ ਕੀ ਸਵਾਲ ਉੱਠਦੇ ਹੈਗੇ, ਬਾਅਦ 'ਚ ਸਵਾਲ ਉੱਠਦੇ ਹੈਗੇ ਕਿ ਹਰ ਕੋਈ ਵਿਦੇਸ਼ਾਂ ਨੂੰ ਕਿਉਂ ਭੱਜਿਆ ਜਾਂਦਾ ਹੈਗਾ, ਵੀ ਆਪਣੇ ਭਾਰਤ ਵਿੱਚ ਜਾਂ ਆਪਣੇ ਪੰਜਾਬ ਵਿੱਚ ਕਿਸ ਚੀਜ਼ ਦੀ ਕਮੀ ਸੀਗੀ ਕਿ ਮਤਲਬ ਲੋਕੀ ਇਹਨੂੰ ਛੱਡ ਕੇ ਇੱਥੇ ਦੀਆਂ ਜਿਹੜੇ ਲੋਕਾਂ ਨੂੰ, ਆਮ ਲੋਕਾਂ ਨੂੰ ਜੋ ਸਹੂਲਤਾਂ ਚਾਹੀਦੀਆਂ ਹੈਗੀਆਂ, ਉਹਨਾਂ ਸਹੂਲਤਾਂ ਨੂੰ ਇਗਨੋਰ ਕਰਕੇ ਵਿਦੇਸ਼ਾਂ ਵਿੱਚ ਸਹੂਲਤਾਂ ਦੇਣ ਵਾਸਤੇ ਸਾਰੇ ਅੱਗੇ ਕਿਉਂ ਵੱਧਦੇ। ਇਹਦਾ ਮੈਂ ਤੁਹਾਨੂੰ ਗੱਲ ਦਾ ਜਵਾਬ ਦੱਸਣਾ ਚਾਹਾਂਗੀ ਕਿ ਵਿਦੇਸ਼ਾਂ ਵੱਲ ਬੱਚੇ ਕਿਉਂ ਭੱਜਦੇ ਹੈਗੇ, ਕਿਉਂਕਿ ਆਪਣੇ ਦੇਸ਼ ਵਿੱਚ ਪੜ੍ਹਾਈ ਬਹੁਤ ਮਹਿੰਗੀ ਹੈ। ਠੀਕ ਹੈ, ਆਪਾਂ ਇਕੱਲੀ MBBS ਦੀ ਗੱਲ ਨਹੀਂ ਕਰਾਂਗੇ, ਆਪਾਂ ਕੋਈ ਵੀ ਸੈਕਟਰ ਦੀ ਜੇ ਗੱਲ ਕਰੀਏ ਤੇ ਆਪਣੇ ਇੰਡੀਆ ਵਿੱਚ ਸਟੱਡੀ ਬਹੁਤ ਮਹਿੰਗੀ ਹੈਗੀ। ਔਰ ਉਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਬੱਚੇ ਜਿਹੜੇ ਹੈਗੇ, ਖਾਸ ਕਰਕੇ ਡਾਕਟਰੀ ਕੈਡਰ ਦੇ ਜਿਹੜੇ ਬੱਚੇ ਹੈਗੇ, ਉਹ ਬਾਹਰ ਨੂੰ ਮੂੰਹ ਕਰਦੇ ਹੈਗੇ ਕਿ ਐਟਲੀਸਟ ਉਹ ਆਪਣਾ ਕਰੀਅਰ ਸੈਟਲ ਕਰ ਪਾਉਣ। ਔਰ ਉਹਦੇ ਨਾਲ
ਜੇ ਉਹ ਪੜ੍ਹਾਈ ਕਰਕੇ ਇੰਡੀਆ 'ਚ ਆਉਂਦੇ ਹੈਗੇ ਤਾਂ ਤੁਹਾਨੂੰ ਪਤਾ ਇੰਡੀਆ ਵਿੱਚ ਅੱਗੇ ਜੌਬਸ ਦੀ ਫੈਸਿਲਿਟੀਜ਼ ਵੀ ਨਹੀਂ ਹੈਗੀਆਂ, ਨੌਕਰੀਆਂ ਵੀ ਜਿਹੜੀਆਂ ਹੈਗੀਆਂ ਉਹ ਛੇਤੀ ਨਹੀਂ ਮਿਲ ਪਾਉਂਦੀਆਂ। ਔਰ ਡਾਕਟਰ ਜਿਹੜੇ ਹੈਗੇ MBBS ਕਰਕੇ ਇੰਡੀਆ ਵਿੱਚ 10-10 15-15 ਹਜ਼ਾਰ ਦੀ ਕੰਟਰੈਕਚੁਅਲ ਜੌਬਸ ਦੇ ਉੱਪਰ ਜਿਹੜਾ ਹੈਗਾ ਅਪਾਇੰਟਡ ਹੈਗੇ। ਮਤਲਬ ਤੁਸੀਂ ਇਹ ਸੋਚੋ, ਭਾਵੇਂ ਉਹ ਬੱਚਾ ਬਾਹਰੋਂ ਪੜ੍ਹਿਆ ਤੇ ਭਾਵੇਂ ਉਹ ਬੱਚਾ ਇੰਡੀਆ 'ਚੋਂ ਪੜ੍ਹਿਆ ਹੈਗਾ, ਇੰਨਾ ਲੱਖਾਂ ਰੁਪਇਆ ਲਗਾ ਕੇ ਵੀ ਜਦੋਂ ਉਹਨੂੰ ਬੱਚੇ ਨੂੰ ਆਪਣਾ ਕਰੀਅਰ ਵਿੱਚ ਅੱਗੇ ਵਧਣ ਦੀ ਮਤਲਬ ਵਕਤ ਆਉਂਦਾ ਹੈਗਾ, ਆਪਣੇ ਮਾਂ ਪਿਓ ਦੇ ਕਹਿ ਲਓ ਵੀ ਜਿਹੜੇ ਮਾਂ ਪਿਓ ਨੇ ਲੋਨ ਚੱਕ ਕੇ ਬੱਚੇ ਪੜ੍ਹਾਏ ਹੁੰਦੇ ਆ, ਜਿਹੜੇ ਵੀ ਉਹਨਾਂ ਨੂੰ ਮਾਂ ਪਿਓ ਨੂੰ ਸਹਿਯੋਗ ਦੇਣ ਦੀ ਉਮਰ ਆਉਂਦੀ ਹੈਗੀ ਹੈ, ਤਾਂ ਉਸ ਉਮਰ ਵਿੱਚ ਵੀ ਦੇਖੋ ਉਹ ਬੱਚੇ ਨੂੰ ਜਿਹੜਾ ਹੈਗਾ ਵੀ ਸਰਕਾਰਾਂ ਜੇ ਆਪਾਂ ਭਾਵੇਂ ਪ੍ਰਾਈਵੇਟ ਸੈਕਟਰ 'ਚ ਗੱਲ ਕਰੀਏ ਜਾਂ ਆਪਾਂ ਗਵਰਨਮੈਂਟ ਸੈਕਟਰ 'ਚ ਗੱਲ ਕਰੀਏ, ਤਾਂ ਕੰਟਰੈਕਚੁਅਲ ਬੇਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਹੈਗੀਆਂ, ਜਾਂ ਉਹਨਾਂ ਬੱਚਿਆਂ ਨੂੰ ਫਿਰ ਇੱਕ ਨਵੇਂ ਸਿਰੇ ਤੋਂ ਆਪਣੇ ਮਾਂ-ਬਾਪ ਦੇ ਪੈਸੇ ਲਗਵਾਉਣੇ ਪੈਂਦੇ ਹੈਗੇ ਕਲੀਨਿਕਸ ਖੋਲ੍ਹਣ ਵਾਸਤੇ ਜਾਂ ਹਸਪੀਟਲਸ ਖੋਲ੍ਹਣ ਵਾਸਤੇ। ਮਤਲਬ ਜੇ ਕੁੱਲ ਮਿਲਾ ਕੇ ਆਪਾਂ ਦੇਖਿਆ ਜਾਵੇ ਤਾਂ ਆਪਣੇ ਦੇਸ਼ ਵਿੱਚ ਘੁੰਮ ਫਿਰ ਕੇ ਮਤਲਬ ਖਰਚੇ ਤੇ ਖਰਚਾ ਮਤਲਬ ਬਾਰ-ਬਾਰ ਜਿਹੜਾ ਹੈਗਾ ਉਹ ਮਾਂ-ਬਾਪ ਯਾਨੀ ਕਿ ਬੁਢਾਪੇ ਤੱਕ ਆਪਣੇ ਬੱਚੇ ਨੂੰ ਸੈੱਟ ਕਰਨ ਵਾਸਤੇ ਖਰਚਾ ਹੀ ਜਿਹੜਾ ਹੈਗਾ ਕਰਦੇ ਜਾਣਗੇ। ਉਹਦੀ ਆਊਟਪੁੱਟ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਜਾਂ ਤਾਂ ਉਹ ਮਿਲਦੀ ਨਹੀਂ ਹੈਗੀ ਜਾਂ ਬਹੁਤ ਔਖੀ ਮਿਲਦੀ। ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ, ਉਹ ਸਾਡੀ ਨੌਜਵਾਨ ਪੀੜ੍ਹੀ ਜਾਂ ਤਾਂ ਵਿਦੇਸ਼ਾਂ 'ਚ ਪੜ੍ਹਨ ਜਾਂਦੀ ਜਾਂ ਫਿਰ ਉਹ ਪੜ੍ਹਾਈ ਕਰਕੇ ਵਿਦੇਸ਼ਾਂ 'ਚ ਹੀ ਸੈੱਟ ਹੋ ਜਾਂਦੀ ਹੈ, ਕਿਉਂਕਿ ਆਪਣੇ ਦੇਸ਼ ਵਿੱਚ ਉਹਨਾਂ ਨੂੰ ਕੋਈ ਵੀ ਜਿਹੜਾ ਹੈਗਾ ਵੀ ਕਿਸੇ ਵੀ ਚੀਜ਼ ਦਾ, ਕੋਈ ਵੀ ਕਾਰੋਬਾਰ ਹੋ ਗਿਆ, ਕੋਈ ਵੀ ਪੜ੍ਹਾਈ ਹੋ ਗਈ, ਕਿਸੇ ਵੀ ਚੀਜ਼ ਦਾ ਕੋਈ ਬੈਨੀਫਿਟ ਨਹੀਂ ਮਿਲਦਾ ਪਿਆ ਹੈਗਾ। ਜਦ ਕਿ ਹੁਣ ਖੈਰ ਯੂਕਰੇਨ ਤੇ ਰੂਸ ਦੀ ਲੜਾਈ ਤੋਂ ਬਾਅਦ ਆਪਣੀ ਮੋਦੀ ਸਰਕਾਰ ਹੈਗੀ, ਮੋਦੀ ਸਰਕਾਰ ਨੇ ਮਤਲਬ ਇਹ ਅਨਾਊਂਸਮੈਂਟ ਕੀਤੀ ਹੈਗੀ ਕਿ ਜਿਹੜੇ ਬੱਚਿਆਂ ਦਾ ਉੱਥੇ ਪੜ੍ਹਾਈ ਖਰਾਬ ਹੋਈ ਹੈਗੀ, ਜਿਹੜੇ ਯੂਕਰੇਨ ਤੋਂ ਵਾਪਸ ਪਰਤ ਗਏ ਹੈਗੇ ਆ, ਉਹਨਾਂ ਨੂੰ ਇੱਥੇ ਇੰਡੀਆ ਵਿੱਚ ਜਿਹੜਾ ਹੈਗਾ ਵੀ ਜਿਹੜੀ ਉਹਨਾਂ ਦੀ ਰੈਸਟ ਪੜ੍ਹਾਈ ਰਹਿੰਦੀ ਹੈਗੀ, ਉਹਦੇ ਵਾਸਤੇ ਉਹਨਾਂ ਨੂੰ ਇੰਟਰਨਸ਼ਿਪਸ ਜਾਂ ਜੋ ਵੀ ਉਹਨਾਂ ਨੂੰ ਅੱਗੇ ਸਹੂਲਤਾਂ ਹੈਗੀਆਂ ਵੀ ਉਹ ਜਾਰੀ ਕੀਤੀਆਂ ਜਾਣਗੀਆਂ ਘੱਟ ਫੀਸਾਂ ਵਿੱਚ। ਪਰ ਜੇ ਗੱਲ ਸੋਚੀ ਜਾਵੇ ਕਿ ਮੋਦੀ ਸਰਕਾਰ ਹੁਣ ਘੱਟ ਫੀਸਾਂ ਦੀ ਗੱਲ ਕਰ ਰਹੀ ਹੈਗੀ, ਤੇ ਜੇ ਇਹ ਚੀਜ਼ਾਂ ਸਮੇਂ ਰਹਿੰਦਿਆਂ, ਅਸੀਂ ਇਕੱਲੀ ਮੋਦੀ ਸਰਕਾਰ ਦੀ ਗੱਲ ਨਹੀਂ ਕਰਦੇ ਹੈਗੇ, ਸਾਡੇ ਭਾਰਤ ਵਿੱਚ ਬਹੁਤ ਮਤਲਬ ਅਲੱਗ-ਅਲੱਗ ਪਾਰਟੀ ਦੀ ਸਰਕਾਰਾਂ ਜਿਹੜੀਆਂ ਬਣਦੀਆਂ ਆਈਆਂ, ਕਦੀ ਕਾਂਗਰਸੀਆਂ ਨੇ ਰਾਜ ਕੀਤਾ ਹੈਗਾ, ਕਦੀ BJP ਨੇ ਰਾਜ ਕੀਤਾ ਹੈਗਾ, ਕਦੀ ਕਿਸੇ ਨੇ ਰਾਜ ਕੀਤਾ। ਮਤਲਬ ਆਪਾਂ ਇਹ ਕਹਿੰਦੇ ਕਿ ਅਲੱਗ-ਅਲੱਗ ਪਾਰਟੀਆਂ ਜਿਹੜਾ ਰਾਜ ਕੀਤਾ ਹੈਗਾ, ਮਤਲਬ ਉਹ ਸਭ ਜਿਹੜਾ ਹੈਗਾ ਆਪਣਾ ਕਮਾ ਕੇ ਖਾ ਪੀ ਕੇ ਤੁਰਦੇ ਬਣੇ। ਕਿਸੇ ਨੇ ਇਹ ਨਹੀਂ ਸੋਚਿਆ ਕਿ ਸਿੱਖਿਆ ਦਾ ਪੱਧਰ ਜਿਹੜਾ ਹੈਗਾ ਕਿ ਉਹਨੂੰ ਉੱਚਾ ਚੱਕਣਾ ਹੈਗਾ, ਜਾਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਵਾਸਤੇ ਫੀਸਾਂ ਵਿੱਚ ਜਿਹੜਾ ਹੈਗਾ ਰਿਬੇਟ ਹੋਣਾ ਚਾਹੀਦਾ ਹੈਗਾ। ਮਤਲਬ ਤੁਸੀਂ ਸਰਕਾਰਾਂ ਕੀ ਸੋਚਦੀਆਂ ਹੈਗੀਆਂ, ਸਰਕਾਰਾਂ ਸੋਚਦੀਆਂ ਕਿ ਨਿਮਨ ਵਰਗ ਦੇ ਜਿਹੜੇ ਲੋਕੀ ਹੈਗੇ ਆ, ਸਿਰਫ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਹੈਗੀਆਂ ਕਿ ਉਹਨਾਂ ਕੋਲ ਹੀ ਪੈਸੇ ਦੀ ਕਮੀ ਹੈਗੀ ਹੈ। ਪਰ ਜੇ ਆਪਾਂ ਸੋਚੀਏ ਕਈ ਵਾਰ ਮੀਡੀਓਕਰਸ ਵੀ ਜਿਹੜੇ ਹੁੰਦੇ ਹੈਗੇ ਕਿ ਉਹਨਾਂ ਦੇ ਵੀ ਖਰਚੇ ਇੰਨੇ ਕੁ ਹੁੰਦੇ ਕਿ ਉਹਨਾਂ ਦੀ ਕਮਾਈਆਂ ਉਹਨਾਂ ਦੇ ਪਰਿਵਾਰਾਂ ਨੂੰ ਪੂਰੀਆਂ ਨਹੀਂ ਪੈਂਦੀਆਂ ਹੈਗੀਆਂ, ਤਾਂ ਜਿਸ ਕਰਕੇ ਮਤਲਬ ਉਹ ਬੱਚਿਆਂ ਦੀ ਪੜ੍ਹਾਈ ਦੀ ਜਿਹੜੀ ਸਹੂਲਤਾਂ ਹੈਗੀਆਂ ਆਮ ਵਰਗ ਨੂੰ ਵੀ ਜਿਹੜੀਆਂ ਹੈਗੀਆਂ ਚਾਹੀਦੀਆਂ ਹੈਗੀਆਂ, ਸਿਰਫ ਨੀਵੇਂ ਵਰਗ ਨੂੰ ਜਾਂ ਜਿਹੜੇ ਮਤਲਬ ਕਹਿ ਲਓ ਵੀ ਨੀਵਾਂ ਵਰਗ ਹੈਗਾ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਇਕੱਲੀਆਂ ਚਾਹੀਦੀਆਂ, SC ST ਨੂੰ ਸਹੂਲਤਾਂ ਨਹੀਂ ਚਾਹੀਦੀਆਂ ਹੈਗੀਆਂ। ਆਪਣੇ ਇੰਡੀਆ ਦਾ ਹਰ ਆਮ ਇਨਸਾਨ ਜਿਹੜਾ ਹੈਗਾ, ਜਿਹੜਾ ਜ਼ਿੰਦਗੀ ਦੀ ਜੱਦੋ-ਜਹਿਦ ਕਰ ਰਿਹਾ, ਜਿਹੜਾ ਮਹਿੰਗਾਈ ਦੀ ਮਾਰ ਚੱਲ ਰਿਹਾ ਹੈਗਾ, ਉਹਨਾਂ ਨੂੰ ਸਭ ਨੂੰ ਜਿਹੜਾ ਹੈਗਾ ਇਹ ਪੜ੍ਹਾਈ ਦੇ ਵਿੱਚ ਜਿਹੜਾ ਹੈਗਾ ਸਰਕਾਰ ਵੱਲੋਂ ਸਹੂਲਤਾਂ ਚਾਹੀਦੀਆਂ। ਬਾਹਰ ਵਿਦੇਸ਼ਾਂ ਵਿੱਚ ਤੁਹਾਨੂੰ ਪਤਾ ਪ੍ਰੀਤ ਪੜ੍ਹਾਈਆਂ ਫ੍ਰੀ ਮਿਲਦੀਆਂ ਹੈਗੀਆਂ, ਸਕੂਲਾਂ ਦੇ ਕੋਈ ਫੀਸਾਂ ਨਹੀਂ ਹੈਗੀਆਂ, ਕੁਝ ਨਹੀਂ ਹੈਗਾ, ਔਰ ਇੰਨੇ ਵਧੀਆ ਪੱਧਰ ਦੀ ਪੜ੍ਹਾਈਆਂ ਮਿਲਦੀਆਂ ਹੈਗੀਆਂ ਕਿ ਆਪਣਾ ਇੰਡੀਆ ਨੂੰ ਤਾਂ ਉਹਦੇ ਕੰਪੈਰੀਜ਼ਨ 'ਚ ਖੜਾ ਹੁੰਦੇ ਬਹੁਤ ਵਕਤ ਲੱਗ ਜਾਊਗਾ। ਬਿਲਕੁਲ ਮਮਤਾ ਜੀ, ਆਪਣੇ ਭਾਰਤ ਦੇ ਵਿੱਚ ਵਧੀਆ ਪੜ੍ਹਾਈ ਹੋਵੇ, ਰੋਜ਼ਗਾਰ ਹੋਵੇ, ਹਨਾ, ਬੇਰੁਜ਼ਗਾਰੀ ਨਾ ਹੋਵੇ, ਤਾਂ ਸ਼ਾਇਦ ਭਾਰਤੀ ਲੋਕਾਂ ਨੂੰ ਬਾਹਰ ਜਾਣ ਦਾ ਹੁੰਦਾ ਹੀ ਨਾ ਕਿ ਅਸੀਂ ਬਾਹਰ ਜਾਈਏ, ਬਾਹਰ ਜਾ ਕੇ ਕਰੀਏ। ਕਿਉਂ ਬੱਚੇ ਬਾਹਰ ਕਿਉਂ ਜਾਂਦੇ ਨੇ ਪੜ੍ਹਾਈ ਕਰਨ? ਤਾਂ ਕਿ ਉਹਨਾਂ ਦਾ ਭਵਿੱਖ ਵਧੀਆ ਹੋਵੇ, ਵਧੀਆ ਪੜ੍ਹ ਲਿਖ ਕੇ ਵਧੀਆ ਨੌਕਰੀ ਕਰ ਸਕਣ। ਇੱਥੇ ਪੜ੍ਹਾਈ ਮੈਡੀਕਲ ਦੀ ਇੰਨੀ ਔਖੀ ਹੈ, ਤਾਂ ਬੱਚੇ ਯੂਕਰੇਨ ਜਾ ਰਹੇ ਨੇ ਪੜ੍ਹਾਈ ਕਰਨ, ਤੇ ਹਰ ਕੋਈ ਇਹੀ ਸੋਚਦਾ ਕਿ ਮੈਂ ਪੜ੍ਹ ਲਿਖ ਕੇ ਬਾਹਰ ਜਾਵਾਂ ਜਾਂ ਫਿਰ ਪੜ੍ਹਾਈ ਬਾਹਰ ਜਾ ਕੇ ਕਰਾਂ। ਕਿਉਂਕਿ ਇੱਥੇ ਰੋਜ਼ਗਾਰ ਨਹੀਂ ਹੈ। ਸਰਕਾਰਾਂ ਆਪਣੀਆਂ ਜੇਬਾਂ ਭਰ ਰਹੀਆਂ ਨੇ, ਆਪਣੇ ਘਰ ਭਰ ਰਹੇ ਨੇ, ਆਪਣੇ ਬੱਚਿਆਂ ਨੂੰ ਇੰਨੇ ਜ਼ਿਆਦਾ ਉਹਨਾਂ ਨੇ ਹਾਈਫਾਈ ਕਰ ਰੱਖਿਆ ਹੈ ਕਿ ਜਿਹੜੇ ਬਾਕੀ ਨੇ, ਜਿਹੜੀ ਦੁਨੀਆ ਨੇ, ਲੋਕੀ ਨੇ, ਉਹਨਾਂ ਵੱਲੋਂ ਬਿਲਕੁਲ ਨਹੀਂ ਸੋਚ ਰਹੇ, ਸਿਰਫ ਔਰ ਸਿਰਫ ਆਪਣੇ ਘਰ ਭਰਨ 'ਚ ਲੱਗੇ ਹੋਏ ਨੇ। ਹਾਂਜੀ ਪ੍ਰੀਤ, ਦੇਖੋ ਇਹਦੇ ਵਿੱਚ ਮੈਂ ਗੱਲ ਕਰਾਂਗੀ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਪੋਲੀਟੀਸ਼ੀਅਨਸ ਆਪਣੇ ਬੱਚਿਆਂ ਨੂੰ ਤਾਂ ਉੱਚ ਪੱਧਰੀ ਸਿੱਖਿਆਵਾਂ ਅੱਛੇ ਹਾਇਰ ਸਕੂਲ ਵਿੱਚ ਦਿਵਾ ਰਹੇ ਆ, ਔਰ ਜਦੋਂ ਉਹਨਾਂ ਦੇ ਬੱਚੇ ਪੜ੍ਹ ਕੇ ਸੈਟਲ ਹੋ ਜਾਂਦੇ ਹੈਗੇ ਤਾਂ ਉਹਨਾਂ ਨੂੰ ਕਿਤੇ ਫਰਦਰ ਜੌਬ ਜਾਂ ਕੁਛ ਦਿਵਾਉਣ ਵਾਸਤੇ ਵੀ ਜਿਹੜਾ ਹੈਗਾ ਮਤਲਬ ਹਾਈ ਪ੍ਰੋਫਾਈਲ ਅਪਰੋਚਾਂ ਜਿਹੜੀਆਂ ਹੈਗੀਆਂ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਔਰ ਈਵਨ ਕਿ ਜੇ ਪੋਲੀਟੀਸ਼ੀਅਨਸ ਨੇ ਤਾਂ ਉਹਨਾਂ ਬੱਚਿਆਂ ਨੂੰ ਪੋਲੀਟਿਕਸ ਵਿੱਚ ਵੀ ਜਿਹੜਾ ਹੈਗਾ ਐਂਟਰੀ ਦਿਵਾਉਣ ਵਾਸਤੇ ਪੂਰੇ ਐਫਰਟ ਹੋ ਜਾਂਦੇ। ਉਹ ਕਹਿੰਦੇ ਨਾ ਪੋਲੀਟਿਕਸ ਵਿੱਚ ਆਪਾਂ ਜਿੱਦਾਂ ਗੱਲਾਂ ਚੱਲਦੀਆਂ ਹੈਗੀਆਂ ਕਿ ਪੋਲੀਟਿਕਸ ਜਿਹੜਾ ਹੈਗਾ ਪਰਿਵਾਰਵਾਦ ਦੇ ਉੱਪਰ ਆਧਾਰਿਤ ਹੈਗਾ, ਮਤਲਬ ਕਿ ਪਰਿਵਾਰ 'ਚ ਜਿੱਦਾਂ ਕੋਈ ਵੀ ਪਾਰਟੀ ਲਗਾ ਲਓ ਕਿ ਬੇਟੇ ਤੋਂ ਬਾਪ ਦੇ ਕੋਲ ਸੀਟ ਜਾ ਰਹੀ ਹੈ, ਬਾਪ ਤੋਂ ਅੱਗੇ ਫੇਰ ਪੋਤੇ ਕੋਲ ਜਾ ਰਹੀ, ਮਤਲਬ ਇਹ ਚੀਜ਼ਾਂ ਬਣੀਆਂ ਹੋਈਆਂ ਕਿ ਮਤਲਬ
ਪਰਿਵਾਰਵਾਦ ਜਿਹੜਾ ਨਹੀਂ ਹੋਣਾ ਚਾਹੀਦਾ ਹੈਗਾ। ਦੇਸ਼ ਵਿੱਚ ਹਰ ਤਰ੍ਹਾਂ ਦਾ ਇਨਸਾਨ ਜਿਹੜਾ ਹੈਗਾ ਉਹਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਹੈਗਾ, ਕਿਉਂਕਿ ਜੇ ਅਲੱਗ-ਅਲੱਗ ਵਿਚਾਰ, ਅਲੱਗ-ਅਲੱਗ ਸੰਸਥਾਵਾਂ ਇਕੱਠੀਆਂ ਹੋਣਗੀਆਂ ਤਾਂ ਹੀ ਕੁਝ ਨਵਾਂ ਉਪਜੂਗਾ। ਜੇ ਉਹੀ ਰੀਤੀ ਰਿਵਾਜ ਮਤਲਬ ਉਹੀ ਇੱਕ ਲਾਈਨ ਬਣੀ ਜਾਊਗੀ ਕਿ ਹਾਂ ਵੀ ਪਹਿਲਾਂ ਇੱਕ ਪੀੜ੍ਹੀ ਨੇ ਕੀਤਾ, ਫਿਰ ਦੂਜੀ ਨੇ ਵੀ ਉਹੀ ਸਿੱਖ ਕੇ ਕੀਤਾ, ਫਿਰ ਤੀਜੀ ਪੀੜ੍ਹੀ ਨੇ ਵੀ ਉਹੀ ਸਿੱਖ ਕੇ ਕੀਤਾ, ਤਾਂ ਦੇਸ਼ ਕਿੱਥੋਂ ਤਰੱਕੀ ਕਰੂਗਾ? ਫਿਰ ਦੇਸ਼ ਨਹੀਂ ਤਰੱਕੀ ਕਰ ਸਕਦਾ, ਫਿਰ ਤਾਂ ਸਿਰਫ ਪਰਿਵਾਰਵਾਦ ਤੇ ਪੀੜ੍ਹੀਵਾਦ ਚੱਲੂਗਾ। ਇਹਦੇ ਨਾਲ ਨਾਲ ਪ੍ਰੀਤ ਇੱਕ ਹੋਰ ਗੱਲ ਵੀ, ਜਿੱਦਾਂ ਵੈਸੇ ਬੱਚੇ ਬਹੁਤ ਇਵੈਕੂਏਟ ਹੋਣੇ ਸ਼ੁਰੂ ਹੋ ਗਏ ਉੱਥੋਂ, ਚਲੋ ਬਾਏ ਗੋਡ ਗ੍ਰੇਸ ਲਗਾ ਲਓ ਜਾਂ ਜਿੱਦਾਂ ਵੀ ਲਗਾ ਲਓ, ਜੇ ਬੱਚਿਆਂ ਦੇ ਗੁੱਡ ਲੱਕ ਹੋਣਗੇ ਤਾਂ ਬੱਚੇ ਜਿਹੜੇ ਹੈਗੇ ਸਹੀ ਸਲਾਮਤ ਇੰਡੀਆ ਵਾਪਸ ਪਹੁੰਚਣਗੇ। ਬਟ ਹੱਲੇ ਵੀ ਸੁੰਮੀ ਵਿੱਚ ਜਿਹੜਾ ਹੈਗਾ ਯੂਕਰੇਨ ਦੇ ਸੁੰਮੀ ਵਿੱਚ ਬੱਚੇ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ, ਔਰ ਉਹਨਾਂ ਦੇ ਪੇਰੈਂਟਸ ਦੀ ਬਹੁਤ ਜ਼ਿਆਦਾ ਗੁਹਾਰ ਆ ਰਹੀ ਹੈਗੀ ਕਿ ਸਾਡੇ ਬੱਚਿਆਂ ਨੂੰ ਇਵੈਕੂਏਟ ਕੀਤਾ ਜਾਵੇ। ਬਟ ਸ਼ਾਇਦ ਹੱਲੇ ਵੀ ਉਹਨਾਂ ਬੱਚਿਆਂ ਦਾ ਕੋਈ ਸਾਧਨ ਨਹੀਂ ਬਣ ਪਾ ਰਿਹਾ ਹੈਗਾ ਉੱਥੋਂ ਇਵੈਕੂਏਟ ਦਾ, ਜਦਕਿ ਸਰਕਾਰਾਂ ਜਿਹੜੀਆਂ ਹੈਗੀਆਂ ਫਲਾਈਟਾਂ ਬੰਦ ਹੋਣ ਵਾਲੀਆਂ ਨੇ ਆਪਰੇਸ਼ਨ ਗੰਗਾ ਦੇ ਤਹਿਤ, ਕਿਉਂਕਿ ਸਰਕਾਰਾਂ ਕਹਿ ਰਹੀਆਂ ਕਿ ਬੱਚੇ ਤਕਰੀਬਨ ਬਹੁਤ ਨਿਕਲ ਚੁੱਕੇ, ਆਲਮੋਸਟ ਨਿਕਲ ਚੁੱਕੇ ਹੈਗੇ। ਬਟ ਸੱਚ ਕਿਤੇ ਇਹ ਹੈ ਕਿ ਬੱਚੇ ਹੱਲੇ ਵੀ ਸੁੰਮੀ ਨਾਮ ਦੇ ਇਲਾਕੇ ਵਿੱਚ ਜਿਹੜਾ ਕਿ ਯੂਕਰੇਨ ਵਿੱਚ ਸਥਿਤ ਹੈਗਾ, ਬੱਚੇ ਉੱਥੇ ਹੱਲੇ ਵੀ ਫਸੇ ਹੋਏ, ਔਰ ਬੱਚਿਆਂ ਨੂੰ ਕੋਈ ਵੀ ਜਿਹੜਾ ਹੈਗਾ ਉੱਥੋਂ ਇਵੈਕੂਏਟ ਹੋਣ ਵਾਸਤੇ ਸਾਧਨ ਨਹੀਂ ਮਿਲ ਰਿਹਾ ਹੈਗਾ। ਤੇ ਜੇ ਬੱਚੇ ਉਹ ਏਰੀਆ ਹੀ ਨਹੀਂ ਪਾਸ ਕਰ ਪਾਉਣਗੇ ਤਾਂ ਬੱਚੇ ਆਪਣੀ ਫਲਾਈਟਾਂ ਤੱਕ ਕਿੱਦਾਂ ਪਹੁੰਚਣਗੇ? ਸੋ ਸਰਕਾਰਾਂ ਥੋੜਾ ਜਿਹਾ ਇਸ ਚੀਜ਼ ਵੱਲ ਧਿਆਨ ਦੇਣ ਕਿ ਯੂਕਰੇਨ ਦੇ ਸੁੰਮੀ ਇਲਾਕੇ ਵੱਲ ਵੀ ਥੋੜੀ ਜਿਹੀ ਨਿਗਾਹ ਰੱਖਣਗੇ ਉੱਥੋਂ, ਜੇ ਸਰਕਾਰਾਂ ਕੋਈ ਹੈਲਪ ਕਰ ਸਕਦੀ। ਕਿਉਂਕਿ ਵੈਸੇ ਤਾਂ ਸਾਡੇ ਕੋਲ, ਮੈਂ ਜਿੱਦਾਂ ਹੁਣੇ ਗੱਲ ਕੀਤੀ ਹੈ ਕਿ ਸਾਡੇ ਕੋਲ ਸੋਸ਼ਲ ਮੀਡੀਆ ਤੋਂ ਜਾਂ ਜਿਹੜੇ ਬੱਚੇ ਯੂਕਰੇਨ ਤੋਂ ਇਵੈਕੂਏਟ ਹੋ ਕੇ ਆ ਚੁੱਕੇ ਹੈਗੇ, ਉਹ ਬਾਰ-ਬਾਰ ਇਹੀ ਕਹਿ ਰਹੇ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਇਵੈਕੂਏਸ਼ਨ 'ਚ ਕੋਈ ਮਦਦ ਨਹੀਂ ਕਰ ਰਹੀਆਂ ਹੈਗੀਆਂ। ਬੱਚਿਆਂ ਦੇ ਖੁਦ ਦੇ ਐਫਰਟ ਹੈਗੇ ਜਾਂ ਬੱਚਿਆਂ ਨੇ ਖੁਦ ਪੈਸੇ ਅਰੇਂਜ ਕਰਕੇ ਆਪਣੀਆਂ ਗੱਡੀਆਂ ਕਰਾਈਆਂ ਹੈਗੀਆਂ, ਜਾਂ ਜਿਹੜੇ ਬੱਚਿਆਂ ਦੇ ਉੱਥੇ ਕੋਈ ਸੀਨੀਅਰ ਸੀਗੇ ਉਹਨਾਂ ਨੇ ਗੱਡੀਆਂ ਕਰਵਾ ਕੇ ਜਿਹੜਾ ਹੈਗਾ ਬੱਚਿਆਂ ਨੂੰ ਉੱਥੋਂ ਨਿਕਲਣ ਵਿੱਚ ਹੈਲਪ ਕੀਤੀ ਹੈਗੀ। ਇਹ ਸਰਕਾਰਾਂ ਸਿਰਫ ਜਹਾਜ਼ਾਂ ਦਾ ਅਰੇਂਜ ਕਰ ਰਹੀਆਂ ਨੇ, ਸਰਕਾਰਾਂ ਸਿਰਫ ਅਨਾਉਂਸਮੈਂਟਸ ਕਰ ਰਹੀਆਂ ਨੇ। ਅਨਾਉਂਸਮੈਂਟਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਹੈਗਾ ਕਿ ਆਪਣੀ ਸਰਕਾਰ ਕੁਝ ਕਰ ਰਹੀ। ਠੀਕ ਹੈ, ਚਲੋ ਬੱਚੇ ਬਾਰਡਰਾਂ ਤੋਂ ਇੰਡੀਆ ਲੈ ਕੇ ਆਏ ਜਾ ਰਹੇ ਹੈਗੇ, ਬਟ ਮੇਨ ਗੱਲ ਜਿਹੜੀ ਅਸੀਂ ਰੋਜ਼ ਰੋਲਾ ਪਾਉਂਦੇ ਹੈਗੇ ਕਿ ਜਿਹੜਾ ਬਾਰਡਰ ਤੋਂ ਮਿਡ ਸਿਟੀਜ਼ ਦੇ ਵਿੱਚ ਦਾ ਏਰੀਆ ਹੈਗਾ, ਡਿਸਟੈਂਸ ਹੈਗਾ 1000 1200 1600 ਕਿਲੋਮੀਟਰ ਦਾ, ਉਹ ਡਿਸਟੈਂਸ ਜਿਹੜਾ ਹੈਗਾ ਗੋਲੀਬਾਰੀ ਵਿੱਚੋਂ ਪਾਰ ਕਰਨਾ ਜਿਹੜਾ ਬੱਚਿਆਂ ਵਾਸਤੇ ਬਹੁਤ ਔਖਾ ਹੈ। ਹਾਂਜੀ ਪ੍ਰੀਤ। ਬਿਲਕੁਲ ਮਮਤਾ, ਕਿਉਂਕਿ ਜੋ ਇਹ ਹਾਲਾਤ ਨੇ ਬਹੁਤ ਜ਼ਿਆਦਾ ਹੋ ਰਹੇ ਨੇ। ਆਪਾਂ ਡੇਲੀ ਕਹਿੰਦੇ ਆ ਕਿ ਮੋਦੀ ਜੀ ਗੱਲ ਹੋ ਰਹੀ ਹੈ, ਮੋਦੀ ਜੀ ਦੀ ਰੂਸੀ ਵਾਲੇ ਰਾਸ਼ਟਰਪਤੀ ਨਾਲ ਗੱਲ ਹੋ ਰਹੀ ਹੈ, ਯੂਕਰੇਨ ਵਾਲੇ ਨਾਲ ਹੋ ਰਹੀ ਹੈ, ਪਰ ਇਹ ਗੱਲ ਦਾ ਕੋਈ ਸਲੂਸ਼ਨ ਨਹੀਂ ਨਿਕਲ ਰਿਹਾ। ਗੱਲਾਂ ਬਾਤਾਂ ਹੋ ਰਹੀਆਂ ਨੇ, ਜਿਵੇਂ ਕਿ ਰੂਸੀ ਵਾਲੇ ਰਾਸ਼ਟਰਪਤੀ ਨਾਲ ਮੋਦੀ ਜੀ ਦੀ ਗੱਲ ਹੋਈ ਹੈ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਭਾਰਤੀਆਂ ਨੂੰ ਕੁਝ ਨਹੀਂ ਹੋਣ ਦੇਵਾਂਗੇ ਕਿ ਤੁਸੀਂ ਸਾਡੇ ਤੇ ਭਰੋਸਾ ਰੱਖਿਆ, ਅਸੀਂ ਤੁਹਾਡੇ ਭਾਰਤੀਆਂ ਨੂੰ ਖੁਦ ਆਪਣੀਆਂ ਬੱਸਾਂ ਰਾਹੀਂ ਉਹਨਾਂ ਨੂੰ ਸਹੀ ਸਲਾਮਤ ਕੱਢਾਂਗੇ। ਲੇਕਿਨ ਇਹ ਤਾਂ ਸਮਾਂ ਦੱਸੇ ਕਿ ਰੂਸੀ ਭਾਰਤ ਦੀ ਹੈਲਪ ਕਰਦਾ ਜਾਂ ਨਹੀਂ ਕਰਦਾ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ ਹੈ, ਬਟ ਉਹਦਾ ਕੋਈ ਨਤੀਜਾ ਨਹੀਂ ਨਿਕਲੇ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ। ਉਹਨਾਂ ਨੇ ਇੱਕ ਗੱਲ ਬੜੀ ਇਮੋਸ਼ਨਲ, ਦੁਖਦਾਈ ਉਹਦੇ ਵਿੱਚ ਮਤਲਬ ਟੋਨ ਵਿੱਚ ਗੱਲ ਕੀਤੀ ਹੈਗੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਉੱਤੇ 2-3 ਵਾਰ ਹਮਲੇ ਹੋ ਚੁੱਕੇ ਆ, ਕਿ ਸ਼ਾਇਦ ਹੁਣ ਅਗਰ ਅਗਲਾ ਹਮਲਾ ਮੇਰੇ ਤੇ ਹੋਏਗਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਜਿੰਦਾ ਰਹਾਂਗਾ ਜਾਂ ਨਹੀਂ। ਇਹ ਮੇਰੀ ਗੱਲ ਜਿਹੜੀ ਹੈ ਤੁਹਾਡੇ ਨਾਲ ਲਾਸਟ ਟਾਈਮ ਸ਼ਾਇਦ ਹੋ ਰਹੀ ਹੋਵੇ, ਕਿਉਂਕਿ ਜਿੱਦਾਂ ਪ੍ਰੀਤ ਅਸੀਂ ਲਾਸਟ 2-4 ਐਪੀਸੋਡਸ ਪਹਿਲਾਂ ਸ਼ੋਅ ਵਿੱਚ ਗੱਲ ਕੀਤੀ ਸੀਗੀ ਕਿ ਰੂਸ ਨੇ 400 ਆਤੰਕੀ ਜਿਹੜੇ ਹੈਗੇ ਯੂਕਰੇਨ ਵਿੱਚ ਭੇਜੇ ਹੈਗੇ, ਔਰ ਉਹਨਾਂ ਆਤੰਕੀਆਂ ਦਾ ਸਿਰਫ ਇੱਕੋ ਟਾਰਗੇਟ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਯੂਕਰੇਨ ਦੇ ਰਾਸ਼ਟਰਪਤੀ ਤੇ ਹਮਲਾ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਾਨ ਤੋਂ ਮਾਰ ਦਿੱਤਾ ਜਾਵੇ। ਤਾਂ ਹੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਹੈਗੇ ਆ ਉਹ ਕਦੀ ਕਿਸੇ ਨੂੰ ਰਿਕਵੈਸਟ ਕਰ ਰਹੇ, ਕਦੀ ਕਿਸੇ ਨੂੰ ਰਿਕਵੈਸਟ ਕਰ ਰਹੇ, ਪਰ ਉਹ ਇਹ ਕਹਿੰਦੇ ਕਿ ਮੈਂ ਮਰਦੇ ਦਮ ਤੱਕ ਆਪਣਾ ਦੇਸ਼ ਜਿਹੜਾ ਹੈਗਾ ਛੱਡ ਕੇ ਨਹੀਂ ਜਾਵਾਂਗਾ, ਮੈਂ ਇੱਥੇ ਦਾ ਵਾਸੀ ਹਾਂ। ਔਰ ਇਹ ਗੱਲ ਸਹੀ ਵੀ ਹੈਗੀ, ਕਿਉਂਕਿ ਹੁਣੇ 2 ਦਿਨ ਪਹਿਲਾਂ ਦਾਵਾ ਆ ਰਿਹਾ ਸੀਗਾ ਰੂਸੀ ਮੀਡੀਆ ਦਾ ਵੀ, ਯੂਕਰੇਨ ਦੇ ਰਾਸ਼ਟਰਪਤੀ ਜਿਹੜੇ ਹੈਗੇ ਯੂਕਰੇਨ ਨੂੰ ਛੱਡ ਕੇ ਪੋਲੈਂਡ 'ਚ ਜਾ ਚੁੱਕੇ ਆ। ਔਰ ਇਸ ਚੀਜ਼ ਦੀ ਗਵਾਹੀ ਪਾਉਣ ਵਾਸਤੇ ਅੱਧੇ ਘੰਟੇ ਬਾਅਦ ਜਿਹੜਾ ਹੈਗਾ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੀ ਯੂਕਰੇਨ ਵਿੱਚ ਆਪਣੀ ਕੀਵ ਵਿੱਚ ਮਤਲਬ ਕੋਈ ਮੇਨ ਉੱਥੇ ਦੀ ਬੈਕਗਰਾਊਂਡ ਹੋਗੀ, ਉਹਨੂੰ ਸੈਲਫੀ ਲੈ ਕੇ ਜਿਹੜਾ ਹੈਗਾ ਉਸ ਪਲੇਸ ਦੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਸ਼ੇਅਰ ਕੀਤੀ ਸੀਗੀ ਕਿ ਮੇਰੇ ਯੂਕਰੇਨ ਵਾਸੀਓ, ਇਹ ਬਿਲਕੁਲ ਅਫਵਾਹ ਹੈਗੀ ਕਿ ਮੈਂ ਯੂਕਰੇਨ ਛੱਡ ਕੇ ਜਾ ਚੁੱਕਾ ਵਾਂ, ਮੈਂ ਯੂਕਰੇਨ ਵਿੱਚ ਹੀ ਹਾਂ ਔਰ ਤੁਹਾਡੇ ਨਾਲ ਹੀ ਹਾਂ, ਔਰ ਮੇਰੀ ਜ਼ਿੰਦਗੀ ਜਿਹੜੀ ਹੈਗੀ ਤੁਹਾਡੇ ਨਾਮ ਹੋ ਚੁੱਕੀ ਹੈ। ਔਰ ਇਸ ਚੀਜ਼ ਵਿੱਚ ਉਹਨਾਂ ਦੀ ਪਤਨੀ ਵੀ ਜਿਹੜੀ ਹੈਗੀ ਹੈ ਉਹਨਾਂ ਨੂੰ ਫੁੱਲ ਸਪੋਰਟ ਦੇ ਰਹੀ ਹੈਗੀ ਹੈ, ਕਿ ਉਹਨੇ ਇਹ ਕਿਹਾ ਕਿ ਮੈਂ ਤੁਹਾਡੇ ਨਾਲ ਮੋਢਾ ਮਿਲਾ ਕੇ ਜਿਹੜਾ ਹੈਗਾ ਮੈਂ ਖੜੀ ਹਾਂ, ਮੈਂ ਨਾ ਰੋਵਾਂਗੀ, ਨਾ ਮੈਂ ਡਰਾਂਗੀ, ਨਾ ਮੈਂ ਕਿਸੇ ਡਿਪਰੈਸ਼ਨ 'ਚ ਜਾਵਾਂਗੀ, ਕਿ ਮੈਂ ਬਿਲਕੁਲ ਤੁਹਾਡੇ ਨਾਲ ਬਰਾਬਰ ਖੜੀ ਹਾਂ, ਵੀ ਤੁਹਾਨੂੰ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਬਿਲਕੁਲ ਮਮਤਾ, ਜਿਸ ਤਰ੍ਹਾਂ ਦੇ ਯੂਕਰੇਨ ਦੇ ਹਾਲਾਤ ਹੋ ਚੁੱਕੇ ਨੇ, ਇਮਾਰਤਾਂ ਗਿਰ ਦਿੱਤੀਆਂ ਗਈਆਂ ਨੇ ਰੂਸ ਵੱਲੋਂ, ਬਹੁਤ ਸੋਹਣਾ ਸ਼ਹਿਰ ਸੀਗਾ ਯੂਕਰੇਨ, ਜਿਹਨੂੰ ਕਿ ਨਸ਼ਟ ਕਰ ਦਿੱਤਾ ਗਿਆ। ਮਤਲਬ ਜੇ ਯੂਕਰੇਨ ਦੀ ਆਪਾਂ ਬੈਕਗ੍ਰਾਉਂਡ ਦੇਖੀਏ, ਗੂਗਲ 'ਚ ਆਪਾਂ ਸਰਚ ਮਾਰੀਏ, ਯੂਕਰੇਨ ਦੀ ਪਿਕਸ ਦੇਖੀਏ, ਤਾਂ ਯੂਕਰੇਨ ਇੱਕ ਬਹੁਤ ਵਧੀਆ ਟੂਰਿਸਟ ਪਲੇਸ ਸੀਗਾ ਪ੍ਰੀਤ। ਔਰ ਮਤਲਬ ਕਹਿ ਲਓ ਕਿ ਉੱਥੇ ਹਰ ਕੋਈ ਜਿਹੜਾ ਹੈਗਾ ਵਰਲਡ ਵਾਈਡ ਉੱਥੇ ਘੁੰਮਣ ਜਾਂਦਾ ਸੀ। ਔਰ ਆਪਾਂ ਇਹ ਵੀ ਆਪਣੇ ਸ਼ੋਅ ਵਿੱਚ ਗੱਲ ਕੀਤੀ ਸੀਗੀ ਕਿ ਯੂਕਰੇਨ ਜਿਹੜਾ ਹੈਗਾ 1992 ਵਿੱਚ ਜਿਹੜਾ ਹੈਗਾ ਆਜ਼ਾਦ ਹੋਇਆ ਸੀਗਾ। ਔਰ ਦੇਖੋ 1992 ਤੋਂ 2022 ਕੋਈ ਜ਼ਿਆਦਾ ਸਮਾਂ ਨਹੀਂ ਗੁਜ਼ਰਿਆ ਹੈਗਾ, ਸਾਰੇ 18-20 ਸਾਲ ਹੀ ਹੋਏ ਆ ਯੂਕਰੇਨ ਨੂੰ ਆਜ਼ਾਦੀ ਮਿਲਿਆ। ਬਟ ਯੂਕਰੇਨ ਜਿਹੜਾ ਹੈਗਾ ਉਸ ਹਿਸਾਬ ਨਾਲ ਬਹੁਤ ਵਧੀਆ ਗਰੋਥ ਕਰਕੇ ਔਰ ਵੈਲ ਐਸਟੈਬਲਿਸ਼ ਸਿਟੀ ਬਣ ਗਿਆ ਕਿ ਉੱਥੇ ਪੜ੍ਹਾਈ ਦੇ ਵੀ ਦੌਰ ਵਿੱਚ ਜਿਹੜਾ ਹੈਗਾ ਹਰ ਕੋਈ ਅਲੱਗ-ਅਲੱਗ ਕੰਟਰੀਜ਼ ਤੋਂ ਉੱਥੇ ਆ ਕੇ ਪੜ੍ਹਨਾ ਚਾਹੁੰਦਾ। ਔਰ ਐਜ਼ ਏ ਟੂਰਿਜ਼ਮ ਵੀ ਜਿਹੜਾ ਹੈਗਾ ਯੂਕਰੇਨ ਬਹੁਤ ਵਧੀਆ ਵੈਲ ਐਸਟੈਬਲਿਸ਼ ਦੇਸ਼ ਸੀਗਾ, ਜਿੱਥੇ ਕਿ ਹਰ ਕੋਈ ਟੂਰਿਸਟ ਸੋਚਦਾ ਸੀਗਾ ਕਿ ਵਰਲਡ ਵਿੱਚ ਜੇ ਯੂਕਰੇਨ ਨਹੀਂ ਘੁੰਮਿਆ ਤਾਂ ਕੀ ਘੁੰਮਿਆ। ਬਿਲਕੁਲ, ਬਹੁਤ ਲੋਕੀ ਬੇਘਰ ਵੀ ਹੋ ਚੁੱਕੇ ਨੇ ਮਮਤਾ। ਇਹ ਨਹੀਂ ਹੈਗਾ ਕਿ ਰੂਸ ਹੀ ਲਗਾਤਾਰ ਯੂਕਰੇਨ ਤੇ ਹਮਲੇ ਕਰਦਾ ਰਿਹਾ ਹੈ, ਪਰ ਯੂਕਰੇਨ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਉਣ ਲਈ ਲਗਾਤਾਰ ਪਲਟਵਾਰ ਹਮਲੇ ਕਰ ਰਿਹਾ ਹੈ। ਇਸ ਦੇ ਨਾਲ ਹੀ ਹੈਲੀਕਾਪਟਰ ਵੀ ਯੂਕਰੇਨ ਵੱਲੋਂ ਮਿਜ਼ਾਈਲ ਅਟੈਕ ਨਾਲ ਰੂਸ ਦਾ ਹੈਲੀਕਾਪਟਰ ਤੇ ਵੀ ਅਟੈਕ ਕੀਤਾ ਗਿਆ ਹੈ। ਯਾਰ ਇਹ ਤਾਂ ਹੁਣ ਜਦੋਂ ਰੂਸ ਨੇ ਆਪ ਹੀ ਪੰਗਾ ਲਿਆ, ਨਹੀਂ ਤਾਂ ਯੂਕਰੇਨ ਇੱਕ ਸ਼ਾਂਤੀਪੂਰਵਕ ਢੰਗ ਦੇ ਨਾਲ ਜਿਹੜਾ ਹੈਗਾ ਮਤਲਬ ਯੂਕਰੇਨ ਦੇ ਰਾਸ਼ਟਰਪਤੀ ਆਪਣੇ ਦੇਸ਼ ਨੂੰ ਚਲਾ ਰਹੇ ਸੀਗੇ। ਆਪਾਂ ਕੱਲੀ ਯੂਕਰੇਨ ਦੇ ਨਹੀਂ, ਆਪਾਂ ਰੂਸ ਦੀ ਵੀ ਗੱਲ ਕਰਦੇ ਵੀ ਰੂਸ ਹੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ, ਰੂਸ ਦੇ ਵੀ ਜਿਹੜੇ ਨਾਗਰਿਕ ਸੀਗੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸੀਗੇ। ਵੀ ਕਿਤੇ ਲੜਾਈ ਦੀ ਕੋਈ ਮੈਨੂੰ ਲੱਗਦਾ ਨਹੀਂ ਸੀਗਾ ਜ਼ਰੂਰਤ ਹੈਗੀ, ਕਿਉਂ ਆਪਾਂ ਇੱਕ ਦੇਸ਼ ਦੂਜੇ ਦੇਸ਼ 'ਚ ਇੰਟਰਫੇਅਰ ਕਰੀਏ। ਇਹ ਕਿਹੜਾ ਹੁਣ ਪੁਰਾਣੇ ਰਾਜਿਆਂ ਦਾ ਟਾਈਮ ਹੈਗਾ ਕਿ ਆਪਣਾ ਤੁਸੀਂ ਸ਼ਾਸਨ ਵਿਸਤਾਰ ਕਰਨ ਵਾਸਤੇ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਦੂਜੇ ਦੇਸ਼ਾਂ ਤੇ ਹਮਲੇ ਕਰੋ, ਉਹਨਾਂ ਦੀ ਪਾਵਰ ਨੂੰ ਗ੍ਰੈਬ ਕਰੋ। ਕਿਉਂਕਿ ਅੱਜ ਦੇ ਸਮੇਂ ਵਿੱਚ ਜਿਹੜੇ ਇਹ ਹਥਿਆਰ, ਇਹ ਪਾਵਰਾਂ ਹੈਗੀਆਂ, ਇਹ ਤਾਂ ਆਪਾਂ ਬੀਇੰਗ ਇੱਕ ਸਟਰੋਂਗ ਕੰਟਰੀ ਆਪਣੇ ਆਪ ਨੂੰ ਪਾਵਰਫੁਲ ਬਣਾਉਣ ਵਾਸਤੇ ਕਿਤੋਂ ਵੀ ਬਾਏ ਕਰ ਲਈਏ ਤਾਂ ਆਪਣੀ ਕੰਟਰੀ ਸਟਰੋਂਗ ਹੋ ਜਾਂਦੀ ਹੈ। ਪਰ ਕਿਸੇ ਦੂਸਰੇ ਦੇਸ਼ ਨੂੰ ਕਾਬੂ ਕਰਕੇ ਇਹ ਮਤਲਬ ਫਿਲੋਸਫੀ ਸਮਝ ਨਹੀਂ ਆਈ ਹੈਗੀ। ਫਿਲੋਸਫੀ ਜਿਹੜੀ ਹੈਗੀ ਇਹ ਪੁਰਾਣੇ ਸਮਿਆਂ 'ਚ ਤਾਂ ਪ੍ਰੀਤ ਚੱਲਦੀ ਹੁੰਦੀ ਸੀਗੀ ਕਿ ਮਤਲਬ ਉਸ ਵੇਲੇ ਰਾਜਾ ਸੋਚਦੇ ਸੀਗੇ ਕਿ ਉਹਦੇ ਦੇਸ਼ ਵਿੱਚ ਬਹੁਤ ਪੈਸਾ ਹੈ, ਬਹੁਤ ਸਭ ਕੁਝ ਹੈਗਾ। ਤੇ ਰੂਸ ਤਾਂ ਆਲਰੇਡੀ ਬਹੁਤ ਸਟਰੋਂਗ ਕੰਟਰੀ ਹੈਗੀ, ਰੂਸ ਨੂੰ ਇਹ ਸਟੈਪ ਚੱਕਣ ਦੀ ਲੋੜ ਨਹੀਂ ਸੀਗੀ, ਪਰ ਰੂਸ ਨੇ ਸਟੈਪ ਚੱਕ ਕੇ ਆਪਣੇ ਦੇਸ਼ ਦੀ ਸ਼ਾਂਤੀ ਵੀ ਭੰਗ ਕੀਤੀ, ਯੂਕਰੇਨ ਦੀ ਵੀ ਕੀਤੀ। ਰੂਸ ਨੇ ਆਪਣਾ ਵੀ ਜਿਹੜਾ ਹੈਗਾ ਆਪਣੇ ਦੇਸ਼ ਦੇ ਅੰਦਰ ਦੇਸ਼ ਧਰੋਹ ਪਲੱਸ ਆਰਥਿਕ ਵਿਵਸਥਾ ਸਾਰੀ ਹਿਲਾ ਦਿੱਤੀ ਹੈਗੀ। ਪੂਰੇ ਵਰਲਡ ਵਾਈਡ ਜਿਹੜਾ ਹੈਗਾ ਸਿਸਟਮ ਹਿਲ ਚੁੱਕਾ ਹੈਗਾ, ਕਿਉਂਕਿ ਅੱਜ ਵੀ ਇਨਫੋਰਮੇਸ਼ਨ ਆ ਰਹੀ ਸੀਗੀ ਕਿ ਇੰਡੀਆ 'ਚ ਪੈਟਰੋਲ ਜਿਹੜਾ ਹੈਗਾ ਮਹਿੰਗਾ ਹੋਣ ਜਾ ਰਿਹਾ ਹੈਗਾ। ਹੋਰ ਵੀ ਬਹੁਤ ਚੀਜ਼ਾਂ ਤੁਹਾਨੂੰ ਪਤਾ ਪ੍ਰੀਤ ਮਹਿੰਗੀਆਂ ਹੋ ਚੁੱਕੀਆਂ, ਰਾਸ਼ਨ ਪਾਣੀ ਦੀਆਂ। ਮਤਲਬ ਹਾਲੇ ਤਾਂ ਯੁੱਧ ਜਿਹੜਾ ਹੈਗਾ 10-11 ਦਿਨ ਹੀ ਹੋਏ ਚੱਲਦਿਆਂ ਹੋਏ ਆ। ਜੇ ਇਹ ਯੁੱਧ ਲਗਾਤਾਰ ਚੱਲਦਾ ਰਿਹਾ, ਜੇ ਇਹਨੂੰ ਤੀਸਰੇ ਵਰਲਡ ਵਾਰ ਦੀ ਫੋਰਮ ਮਿਲ ਗਈ ਤਾਂ ਤੁਸੀਂ ਸੋਚੋ ਕਿ ਮਤਲਬ ਦੁਨੀਆ ਕਿੱਥੇ ਜਾਊਗੀ। ਮਹਿੰਗਾਈ ਦੀ ਤਾਂ ਗੱਲ ਹੀ ਛੱਡ ਦਿਓ, ਦੁਨੀਆ ਹੀ ਖਤਮ ਹੋ ਜਾਣੀ ਹੈ। ਬਿਲਕੁਲ ਮਮਤਾ, ਰੂਸ ਦਾ ਹਰ ਕੋਈ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ। ਕੋਈ ਹੀ ਇਸ ਤਰ੍ਹਾਂ ਦਾ ਇਨਸਾਨ ਹੋਏਗਾ ਜੋ ਰੂਸ ਦਾ ਜਾਂ ਕੋਈ ਕੰਪਨੀ ਹੋਏਗੀ ਜੋ ਰੂਸ ਦਾ ਵਿਰੋਧ ਨਹੀਂ ਕਰ ਰਹੀ। ਇੱਥੇ ਤੱਕ ਕਿ ਨੈਟਫਲਿਕਸ ਤੇ ਟਿਕਟੋਕ, ਟਕਾਟਕ, ਇੰਸਟਾਗ੍ਰਾਮ, ਹਰ ਇੱਕ ਜਿੰਨੇ ਵੀ ਐਪ ਨੇ, ਸੋਸ਼ਲ ਮੀਡੀਆ ਜਿੰਨੇ ਵੀ ਐਪ ਨੇ, ਉਹ ਸਾਰੇ ਰੂਸ ਵੱਲੋਂ ਵਿਰੋਧ ਕਰ ਰਹੇ ਨੇ ਤੇ ਉਹਨਾਂ ਨੇ ਬੈਨ ਕਰ ਦਿੱਤੇ ਗਏ ਨੇ, ਬੰਦ ਕਰ ਦਿੱਤੇ ਨੇ। ਹਰ ਕੋਈ ਕੰਪਨੀ ਜਿੰਨੇ ਵੀ ਆਪਣੇ ਭਾਰਤ ਦੇ ਵਿੱਚ ਕੰਪਨੀਆਂ ਨੇ, ਜਿਸ ਤਰ੍ਹਾਂ ਦੇ ਵੀ ਹਰ ਕੋਈ ਵਿਰੋਧ ਕਰ ਰਿਹਾ ਰੂਸ ਵੱਲ, ਹਰ ਕਿਸੇ ਨੇ ਹਰ ਇੱਕ ਚੀਜ਼ ਦਾ ਬੈਨ ਕਰ ਦਿੱਤਾ ਹੈ। ਇਹਦੇ ਵਿੱਚ ਨਾ ਇੱਕ ਅਮਰੀਕਾ ਦੇ ਰਾਸ਼ਟਰਪਤੀ ਦਾ ਬੜਾ ਫਨੀ ਨਹੀਂ ਮਤਲਬ ਵੈਸੇ ਇੱਕ ਬਿਆਨਬਾਜ਼ੀ ਆਈ ਹੈ ਵੀ ਉਹ ਦੱਸ ਰਹੇ ਸੀਗੇ ਕਿ ਚੀਨ ਨੇ ਜਿਹੜਾ ਮਤਲਬ ਛਲਾਂਗਾ ਮਾਰਨੀਆਂ ਸ਼ੁਰੂ ਕਰਤੀਆਂ ਸੀਗਾ, ਕਿ ਮਤਲਬ ਚੀਨ ਨੂੰ ਵੀ ਸ਼ਾਇਦ ਰੂਸ ਵਾਲੇ ਕੋਈ ਜਦੋਂ ਕਹਿੰਦੇ ਆਪਾਂ ਪੰਜਾਬੀ 'ਚ ਭੂਤ ਸਵਾਰ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਅਮਰੀਕਾ ਦੇ ਰਾਸ਼ਟਰਪਤੀ ਕਹਿੰਦੇ ਕਿ ਅਸੀਂ ਚੀਨ ਨੂੰ ਕਿਹਾ ਵੀ ਤੂੰ ਚੁੱਪ ਕਰਕੇ ਬਹਿ ਜਾ, ਨਹੀਂ ਤਾਂ ਇੱਕ ਨਵਾਂ ਤਾਈਵਾਨ ਜਿਹੜਾ ਹੈਗਾ ਅਸੀਂ ਖੜਾ ਕਰ ਦਾਂਗੇ। ਮਤਲਬ ਮੈਂ ਆਪਣੇ ਸਰੋਤਿਆਂ ਨੂੰ ਜਿਹੜਾ ਹੈਗਾ ਇੱਕ ਦਰਸ਼ਕਾਂ ਨੂੰ ਇੱਕ ਸਿੰਪਲ ਲੈਂਗੁਏਜ 'ਚ ਸਮਝਾਉਣਾ ਚਾਹਾਂਗੀ ਕਿ ਜਿਹੜਾ ਇੱਕ ਤਾਈਵਾਨ ਕੰਟਰੀ ਹੈਗੀ ਉਹ ਚੀਨ ਵਿੱਚੋਂ ਹੀ ਨਿਕਲ ਕੇ ਜਿਹੜੀ ਹੈਗੀ ਇੱਕ ਇੰਡੀਪੈਂਡੈਂਟ ਕੰਟਰੀ ਬਣੀ ਹੋਈ ਹੈ। ਔਰ ਕਿਉਂਕਿ ਚੀਨ ਜਿਹੜਾ ਹੈਗਾ ਪੰਗੇ ਲੈਣੋਂ ਨਹੀਂ ਹਟਦਾ ਸੀ ਤੇ ਅਮਰੀਕਾ ਨੇ ਉਹਨੂੰ ਵਾਰਨਿੰਗ ਦਿੱਤੀ ਕਿ ਜਾਂ ਤਾਂ ਤੂੰ ਸ਼ਾਂਤ ਹੋ ਕੇ ਬਹਿ ਜਾ, ਨਹੀਂ ਫਿਰ ਤੂੰ ਚੀਨ ਵਿੱਚੋਂ ਹੋਰ ਜਿਹੜੇ ਹੈਗੇ ਨਵੇਂ ਦੇਸ਼ ਨਿਕਲਣ ਵਾਸਤੇ ਤੂੰ ਮਤਲਬ ਫਿਰ ਤੂੰ ਰੈਡੀ ਰਹਿ। ਤੇ ਮਤਲਬ ਅਮਰੀਕਾ ਦੀ ਇਸ ਗੱਲ ਤੋਂ ਜਿਹੜਾ ਹੈਗਾ ਚੀਨ ਸ਼ਾਂਤ ਹੋ ਕੇ ਬਹਿ ਗਿਆ। ਬਿਲਕੁਲ ਮਮਤਾ, 12 ਲੱਖ ਦੇ ਕਰੀਬ ਲੋਕੀ ਬੇਘਰ ਹੋ ਚੁੱਕੇ ਨੇ, ਸ਼ਰਨਾਰਥੀ ਬਣ ਚੁੱਕੇ ਹੈਗੇ। ਯੂਰਪ ਜਿਹੜਾ ਹੈਗਾ 12 ਲੱਖ ਯੂਰੋਪੀਅਨ, ਯੂਰਪ ਜਿਹੜਾ ਹੈਗਾ ਆਪਾਂ ਜੇ ਸੋਚੀਏ ਤਾਂ ਵਰਲਡ ਵਿੱਚ ਯੂਰਪ ਨੂੰ ਬਹੁਤ ਕਹਿੰਦੇ ਵੀ ਇੱਕ ਪਾਵਰਫੁਲ ਰਿਚ ਉਹ ਮੰਨਿਆ ਜਾਂਦਾ ਹੈਗਾ। ਤੇ ਫਿਰ ਵੀ ਤੁਸੀਂ ਇਹ ਸੋਚ ਲਓ ਕਿ ਇਹ ਇੱਕ ਰਿਚ ਜਿਹੜਾ ਏਰੀਆ ਸੀਗਾ, ਉਸ ਰਿਚ ਏਰੀਆ ਦੇ ਲੋਕੀ 12 ਲੱਖ ਸ਼ਰਨਾਰਥੀ ਦਾ ਮਤਲਬ ਹੈ ਕਿ
ਯੂਰਪ ਕਿਹੜੇ ਪਾਸੇ ਜਾ ਰਿਹਾ ਹੈ, ਮਤਲਬ ਯੂਕਰੇਨੀਅਨ 12 ਲੱਖ ਜਿਹੜੇ ਹੈਗੇ ਉਹ ਸ਼ਰਨਾਰਥੀ ਹੋ ਗਏ, ਉਹਨਾਂ ਨੂੰ ਆਪਣੇ ਘਰ ਛੱਡ ਕੇ ਜਿਹੜਾ ਹੈਗਾ ਮਤਲਬ ਜਗ੍ਹਾ ਜਗ੍ਹਾ ਉਹਨਾਂ ਨੂੰ ਸ਼ਰਨ ਲੈਣੀ ਪੈ ਰਹੀ ਹੈ। ਕੋਈ ਪੋਲੈਂਡ ਜਾ ਰਿਹਾ, ਕੋਈ ਰੋਮਾਨੀਆ ਜਾ ਰਿਹਾ, ਕੋਈ ਹੰਗਰੀ ਜਾ ਰਿਹਾ, ਮਤਲਬ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਜਿਹੜਾ। ਇਹਦੇ ਵਿੱਚ ਮੈਂ ਤੁਹਾਨੂੰ ਗੱਲ ਕਰਾਂ, ਇਹ ਚੀਜ਼ ਪਤਾ ਕਿੱਦਾਂ ਹੋ ਗਈ, ਜਿੱਦਾਂ ਆਪਣੇ ਪੰਜਾਬ ਵਿੱਚ ਜਦੋਂ ਦੰਗੇ ਹੁੰਦੇ ਆ, ਬਿਲਕੁਲ ਆਪਣੇ ਪੰਜਾਬ 'ਚ 1984 'ਚ ਜਦੋਂ ਦੰਗੇ ਹੋਏ ਸੀਗੇ ਤਾਂ ਜਿੰਨਾ ਆਪਣਾ ਹਿੰਦੂ ਸੰਪਰਦਾਇ ਸੀਗਾ, ਆਪਣਾ ਹਿੰਦੂ ਸੰਪਰਦਾਇ ਪੰਜਾਬ ਨੂੰ ਛੱਡ ਕੇ ਮੈਕਸਿਮਮ ਹਿੰਦੂ ਜਿਹੜੇ ਹੈਗੇ ਆ ਸ਼ਰਨ ਲੈਣ ਵਾਸਤੇ ਸ਼ਰਨਾਰਥੀ ਬਣ ਕੇ ਮਤਲਬ ਦਿੱਲੀ ਜਿਹੜੇ ਟ੍ਰਾਂਜ਼ਿਟ ਕੈਂਪ ਬਣੇ ਹੋਏ ਸੀਗੇ ਉਹਨਾਂ ਟ੍ਰਾਂਜ਼ਿਟ ਕੈਂਪਸ ਵਿੱਚ ਸ਼ਿਫਟ ਹੋ ਗਏ ਸੀਗੇ। ਮਤਲਬ ਆਪਣੀਆਂ ਇੰਨੀਆਂ ਪ੍ਰੋਪਰਟੀਜ਼ ਆਪਣੇ ਘਰ-ਬਾਰ ਛੱਡ ਕੇ ਜਿਹੜਾ ਹੈਗਾ ਉਹਨਾਂ ਨੂੰ ਮਤਲਬ ਇੱਕ ਛੋਟੇ ਕਮਰਿਆਂ ਵਿੱਚ ਜਿਹੜਾ ਹੈਗਾ ਸ਼ਰਨ ਲੈਣੀ ਪਈ ਸੀਗੀ। ਮਤਲਬ ਇਹੀ ਹਾਲਾਤ ਯੂਕਰੇਨ ਦੇ ਵਾਸੀਆਂ ਦੇ ਹੋ ਗਏ ਵੀ ਯੁੱਧ ਕਰਕੇ ਯੂਕਰੇਨ ਦੇ ਵਾਸੀਆਂ ਨੂੰ, ਕਿਉਂਕਿ ਹੋਰ ਦੇਸ਼ਾਂ ਵਿੱਚ ਸ਼ਰਨ ਲੈਣੀ ਪਈ ਤਾਂ ਉਹ ਕਹਿੰਦੇ ਨਾ ਵੀ ਨਾ ਤਾਂ ਕੋਲ ਪੈਸਾ, ਨਾ ਪਾਣੀ, ਨਾ ਜਲ, ਮਤਲਬ ਨਾ ਅੰਨ, ਕੁਛ ਵੀ ਨਹੀਂ ਹੈਗਾ। ਤਾਂ ਮਤਲਬ ਉਹ ਇੱਕ ਤਰ੍ਹਾਂ ਨਾਲ ਮਤਲਬ ਸੋਚੋ ਕਿੰਨੇ ਬੁਰੇ ਉਹਨਾਂ ਦੇ ਹਾਲਾਤ ਹੋਣਗੇ ਵੀ ਉਹ ਸ਼ਰਨਾਰਥੀ ਦੀ ਜ਼ਿੰਦਗੀ ਜਿਹੜੀ ਹੈਗੀ ਉਹ ਬਹੁਤ ਬੁਰੀ ਹੁੰਦੀ, ਕਿਉਂਕਿ ਆਪਣੇ ਦੇਸ਼ ਚੋਂ ਨਿਕਲ ਕੇ ਕਿਸੇ ਹੋਰ ਦੇਸ਼ ਵਿੱਚ ਸ਼ੈਲਟਰ ਲੈਣਾ, ਮਤਲਬ ਉਹ ਪਹਿਲਾਂ ਤਾਂ ਉਸ ਦੇਸ਼ ਦੇ ਜਿਹੜੇ ਲੋਕੀ ਹੈਗੇ ਉਹੀ ਨਹੀਂ ਐਕਸੈਪਟ ਕਰਦੇ ਹੈਗੇ, ਉਹੀ ਕਹਿ ਦਿੰਦੇ ਹੈਗੇ ਕਿ ਤੁਸੀਂ ਜਿਹੜੇ ਹੈਗੇ ਹੋ ਵੀ ਬੇਗਾਨੇ ਹੋ, ਤੁਹਾਨੂੰ ਅਸੀਂ ਨਹੀਂ ਐਕਸੈਪਟ ਕਰ ਸਕਦੇ ਹੈਗੇ। ਜਿੱਦਾਂ ਬੰਗਲਾਦੇਸ਼ ਦੇ ਵੀ ਕੁਛ ਜਾਤੀਆਂ ਹੈਗੀਆਂ ਜਿਹੜੀਆਂ ਇੰਡੀਆ 'ਚ ਸ਼ਿਫਟ ਹੋ ਚੁੱਕੀਆਂ, ਪਰ ਇੰਡੀਆ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਐਕਸੈਪਟ ਕਰਦੇ। ਇੰਡੀਆ ਵਾਲੇ ਉਹਨਾਂ ਪ੍ਰਜਾਤੀਆਂ ਨੂੰ ਐਜ਼ ਏ ਟੈਰੋਰਿਸਟ ਹੀ ਐਕਸੈਪਟ ਕਰਦੇ ਹੈਗੇ, ਔਰ ਉਹਨਾਂ ਦੇ ਹਾਲੇ ਤੱਕ ਤੁਹਾਨੂੰ ਪਤਾ ਇੰਡੀਆ 'ਚ ਰਾਸ਼ਨ ਕਾਰਡਸ ਤੱਕ ਉਹਨਾਂ ਪ੍ਰਜਾਤੀਆਂ ਦੇ ਨਹੀਂ ਬਣੇ ਹੈਗੇ। ਉਹਨਾਂ ਨੂੰ ਮਤਲਬ ਸਰਕਾਰ ਇਸ ਦੇਸ਼ ਦਾ ਵਸਨੀਕ ਹੋਣ ਦਾ ਰੁਤਬਾ ਨਹੀਂ ਦਿੰਦੀ ਹੈਗੀ। ਉਹੀ ਹਾਲ ਮੈਂ ਤੁਹਾਨੂੰ ਦੱਸਾਂ, ਇਹ ਜਦ ਤੱਕ ਯੂਕਰੇਨ ਰੀਸੈਟਲ ਨਹੀਂ ਹੁੰਦਾ ਹੈਗਾ ਯੂਕਰੇਨ ਵਾਸੀਆਂ ਦਾ ਵੀ ਕਿਤੇ ਨਾ ਕਿਤੇ ਸ਼ਾਇਦ ਇਹੀ ਹਾਲ ਹੋ ਜਾਊਗਾ, ਕਿਉਂਕਿ ਆਪਣੇ ਦੇਸ਼ ਵਿੱਚ ਤਾਂ ਠੋਰ ਠਿਕਾਣਾ ਕੋਈ ਰਹਿ ਜਾਣਾ, ਕਿਉਂਕਿ ਦੇਸ਼ ਤੁਹਾਨੂੰ ਪਤਾ ਯੂਕਰੇਨ ਸਾਰਾ ਅੱਗ ਨਾਲ ਭਰ ਚੁੱਕਾ ਹੈਗਾ। ਹਰ ਬਿਲਡਿੰਗ, ਯੂਕਰੇਨ ਦੀ ਪੂਰੀ ਸੁੰਦਰਤਾ ਜਿਹੜੀ ਹੈਗੀ ਉਹ ਤਹਿਸ ਨਹਿਸ ਹੋ ਚੁੱਕੀ ਹੈਗੀ ਹੈ। ਤਾਂ ਜਿਹੜੇ ਯੂਕਰੇਨ ਦੇ ਨਾਗਰਿਕ ਹੈਗੇ ਉਹਨਾਂ ਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਸ਼ੈਲਟਰ ਲੈਣਾ ਪੈ ਰਿਹਾ ਹੈ, ਔਰ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਦੇਸ਼ਾਂ 'ਚ ਸ਼ੈਲਟਰ ਲਿੱਤਾ ਉਹ ਦੇਸ਼ ਵੀ ਜਿਹੜੇ ਹੈਗੇ ਇਸ ਚੀਜ਼ ਤੋਂ ਪ੍ਰਭਾਵਿਤ ਹੋਣਗੇ। ਯੂਕਰੇਨ ਤਾਂ ਪ੍ਰਭਾਵਿਤ ਹੋਇਆ ਹੀ ਹੋਇਆ। ਬਿਲਕੁਲ ਮਮਤਾ, ਕਿਸੇ ਦਾ ਮਨ ਨਹੀਂ ਕਰਦਾ ਮਮਤਾ ਬਾਹਰ ਇੰਨੀ ਦੂਰ ਆਪਣੇ ਮਾਂ-ਬਾਪ ਤੋਂ ਦੂਰ ਜਾਣਾ, ਭੈਣ ਭਾਈ ਤੋਂ ਦੂਰ ਜਾਣਾ, ਪਰ ਜਿਹੜੇ ਇਹ ਭਾਰਤ ਦੇ ਹਾਲਾਤ ਨੇ, ਰੋਜ਼ਗਾਰ ਜਿਹੜਾ ਨਹੀਂ ਮਿਲ ਰਿਹਾ, ਇਹ ਚੀਜ਼ਾਂ ਹੀ ਖਿੱਚ ਕੇ ਲੈ ਕੇ ਜਾਂਦੀਆਂ ਨੇ। ਜਿਵੇਂ ਕਹਿੰਦੇ ਨੇ ਕਿ ਢਿੱਡ ਹੁੰਦਾ ਜਿਹਨੂੰ ਭੁੱਖ ਲੱਗਦੀ ਹੈ ਉਹ ਭਰਨਾ ਬਹੁਤ ਔਖਾ ਹੁੰਦਾ, ਇੱਕ ਰੋਟੀ ਹੀ ਹੁੰਦੀ ਹੈ ਜਿਹੜੀ ਇੰਨੀ ਦੂਰ ਇਨਸਾਨ ਨੂੰ ਲੈ ਕੇ ਚਲ ਜਾਂਦੀ ਹੈ। ਇੱਕ ਗੱਲ ਹੋਰ ਹੈ ਮਮਤਾ, ਸਾਡੇ ਭਾਰਤ ਦੇ ਵਿੱਚ ਜੇ ਕਿਸੇ ਨੇ ਗਵਰਨਮੈਂਟ ਜੌਬ ਲੈਣੀ ਹੋਵੇ ਹੈ ਨਾ, ਉਹਨੂੰ ਇੰਨੇ ਜ਼ਿਆਦਾ ਲੱਤਾਂ ਪਾਪੜ ਵੇਲਣੇ ਪੈਂਦੇ ਨੇ, ਜੁੱਤੀਆਂ ਘਸਾਣੀਆਂ ਪੈਂਦੀਆਂ ਨੇ, ਫਿਰ ਕਿਤੇ ਜਾ ਕੇ ਵੀ ਉਹਨੂੰ ਗਵਰਨਮੈਂਟ ਜੌਬ ਨਹੀਂ ਮਿਲਦੀ। ਕਿਉਂਕਿ ਅੱਗੇ ਜਿਹੜੇ ਹੋਰ ਬੈਠੇ ਹੁੰਦੇ ਨੇ ਹੈ ਨਾ, ਉਹ ਕਮਿਸ਼ਨ ਲੈਂਦੇ ਨੇ, ਉਹ ਪੈਸਾ ਲੈਂਦੇ ਨੇ, ਕਮਿਸ਼ਨ ਤੋਂ ਬਾਅਦ ਵੀ ਲੋਕਾਂ ਨੂੰ ਠੋਕਰਾਂ ਹੀ ਮਿਲਦੀਆਂ ਨੇ। ਉਹ ਇਹਦੇ ਨਾਲ ਪ੍ਰੀਤ ਜਿਹੜੀਆਂ ਸਰਕਾਰ ਨੇ ਰਿਜ਼ਰਵੇਸ਼ਨ ਪਾਲਿਸੀਜ਼ ਰੱਖੀਆਂ ਹੋਈਆਂ ਨੇ, ਉਹ ਰਿਜ਼ਰਵੇਸ਼ਨ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਹੈਗੀਆਂ, ਕਿਉਂਕਿ ਦੇਖੋ ਰਿਜ਼ਰਵੇਸ਼ਨ ਜਨਰਲ ਕੈਟਾਗਰੀ ਦੀਆਂ ਹੁੰਦੀਆਂ 5-7 ਸੀਟਾਂ, ਬਾਕੀ ਜਿਹੜੀਆਂ ਸੀਟਾਂ ਹੋ ਜਾਂਦੀਆਂ ਉਹ SC BC ਔਰ ਰਿਜ਼ਰਵੇਸ਼ਨਸ ਅਲੱਗ-ਅਲੱਗ ਕੋਟੇ ਹੁੰਦੇ, ਕੋਈ ਮੈਨੇਜਮੈਂਟ ਕੋਟਾ, ਕੋਈ ਮਿਲਟਰੀ ਕੋਟਾ, ਕੋਈ ਕਾਲਜ ਕੋਟਾ, ਕੋਈ ਪਤਾ ਨਹੀਂ ਮਤਲਬ ਕਿੰਨੇ ਇਹਨਾਂ ਨੇ ਕੋਟੇ ਬਣਾਏ ਹੁੰਦੇ ਹੈਗੇ ਕਿ ਜਨਰਲ ਕੈਟਾਗਰੀ ਤਾਂ ਵਿਚਾਰੀ ਇਸ ਕੰਪੀਟੀਸ਼ਨ ਦੇ ਮਾਰ ਵਿੱਚ ਜਿਹੜਾ ਹੈਗਾ ਉਹ ਸਾਈਡ ਤੇ ਹੀ ਹੋ ਜਾਂਦੀ ਹੈਗੀ। ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਵੀ ਸਕੂਲ ਕਾਲਜ ਦਾਖਲੇ ਲੈਂਦੇ ਹੁੰਦੇ ਸੀ, ਜਦੋਂ ਸਾਡੇ ਕੋਲ ਲਿਸਟ ਆਉਂਦੀ ਹੁੰਦੀ ਸੀਗੀ ਵੀ ਇੰਨੀਆਂ ਜਨਰਲ ਕੈਟਾਗਰੀ ਨੂੰ ਸਿਰਫ ਪ੍ਰੀਤ 20 ਸੀਟਾਂ ਹੁੰਦੀਆਂ ਸੀਗੀਆਂ, ਔਰ ਬਾਕੀ ਦੂਜੀਆਂ ਜਿੰਨੀਆਂ ਵੀ ਰਿਜ਼ਰਵਡ ਕੈਟਾਗਰੀਜ਼ ਹੁੰਦੀਆਂ ਸੀ ਉਹ ਸਾਰੀਆਂ ਮਿਲਾ ਕੇ ਵੀ ਨਾ 30-40 ਮਤਲਬ ਕਈ ਵਾਰ ਦੇਖ ਕੇ ਸ਼ੌਕਿੰਗ ਲੱਗਦਾ ਹੁੰਦਾ ਸੀ ਕਿ ਯਾਰ ਅਸੀਂ ਜਰਨਲ 'ਚ ਕਿਉਂ ਆਏ ਹੈਗੇ ਆ, ਵੀ ਸਾਨੂੰ ਜਿਹੜਾ ਹੈਗਾ ਵੀ ਸ਼ਾਇਦ ਅਸੀਂ ਵੀ ਕਿਸੇ ਕੋਟੇ 'ਚ ਹੀ ਪੈਦਾ ਹੋ ਜਾਂਦੇ, ਵੀ ਸਾਡਾ ਵੀ ਫਿਊਚਰ ਜਿਹੜਾ ਹੈਗਾ ਸੇਫ ਹੋ ਜਾਂਦਾ। ਕਿਉਂਕਿ ਦੇਖੋ ਜਨਰਲ ਕੈਟਾਗਰੀ ਵਾਲੇ ਜਿਹੜੇ ਹੈਗੇ ਸਰਕਾਰਾਂ ਸਾਹਮਣੇ ਇੰਨੇ ਸਾਲਾਂ ਤੋਂ ਧਰਨੇ ਲੱਗਦੇ ਆ ਰਹੇ, ਇੰਨੇ ਰੋਸ਼ ਮੁਜ਼ਾਹਰੇ ਹੁੰਦੇ ਜਾ ਰਹੇ, ਪਰ ਸਰਕਾਰਾਂ ਜਿਹੜੀਆਂ ਹੈਗੀਆਂ ਜਨਰਲ ਕੈਟਾਗਰੀ ਨੂੰ ਕੋਈ ਵੀ ਜਗ੍ਹਾ ਦੇਣ ਨੂੰ ਤਿਆਰ ਨਹੀਂ ਹੁੰਦੀਆਂ ਹੈਗੀਆਂ। ਕਿਉਂਕਿ ਸਰਕਾਰਾਂ ਦੇ ਮਾਈਂਡ 'ਚ ਦੇਖੋ, ਜੇ ਇਹ ਆਪਾਂ ਗੱਲ ਕਰਦੇ ਹਾਂ SC ST ਜਾਂ ਇਹਨਾਂ ਕੋਟਿਆਂ ਦੀ ਜੇ ਗੱਲ ਚੱਲੀ ਸੀਗੀ, ਤੇ ਇਹ ਕੋਟੇ ਉਸ ਵਕਤ ਜਦੋਂ ਸ਼ੁਰੂ ਹੋਏ ਸੀਗੇ ਉਦੋਂ ਇਹ ਵਾਲੀ ਜਿਹੜੀ ਲੋਅਰ ਕਾਸਟ ਸੀਗੀਆਂ ਇਹਨਾਂ ਦਾ ਉਦੋਂ ਵਕਤ ਬਹੁਤ ਖਰਾਬ ਹੁੰਦਾ ਸੀਗਾ। ਉਦੋਂ ਇਹਨਾਂ ਨੂੰ ਜੈਨੂਅਲੀ ਜਿਹੜੀ ਹੈਗੀ ਹੈ ਇਹਨਾਂ ਕੋਟਿਆਂ ਦੀ ਲੋੜ ਹੁੰਦੀ ਸੀ, ਪਰ ਅੱਜ ਦੇ ਵਕਤ 'ਚ ਦੇਖਿਆ ਜਾਵੇ ਤੇ SC ST ਜਾਂ ਹੋਰ ਕੋਟਿਆਂ ਦੇ ਤਹਿਤ ਜਿਹੜਾ ਹੈਗਾ ਇਹ ਲੋਕਾਂ ਦੇ ਪਰਿਵਾਰ ਜਿਹੜੇ ਹੈਗੇ ਪਰਿਵਾਰ ਨੌਕਰੀਆਂ ਪ੍ਰਾਪਤ ਕਰਦੇ ਆ ਰਹੇ, ਔਰ ਜਿਹੜੇ ਜਰਨਲਸ ਹੈਗੇ ਆ ਉਹ ਨੌਕਰੀਆਂ ਤੋਂ ਦੂਰ ਹੋਣ ਕਰਕੇ ਉਹਨਾਂ ਦੇ ਘਰਾਂ ਵਿੱਚ ਰੁਜ਼ਗਾਰ ਦੀ ਘਾਟ ਹੋਣ ਕਰਕੇ ਉਹਨਾਂ ਨੂੰ ਰੋਟੀ ਪਾਣੀ ਦੇ ਜਿਹੜੇ ਹੈਗੇ ਲਾਲੇ ਪਏ ਹੋਏ ਆ। ਸਰਕਾਰਾਂ ਨੂੰ ਐਕਚੁਅਲ ਚੀਜ਼ ਸਮਝ ਆਉਣੀ ਚਾਹੀਦੀ। ਤੁਹਾਡੇ ਨੂੰ ਪ੍ਰੀਤ ਇਹਦੇ ਨਾਲ ਸਰਕਾਰਾਂ ਨੇ ਜਿਹੜਾ ਹੈਗਾ
ਜਿਹੜੇ ਪੀਲੇ ਨੀਲੇ ਜੋ ਵੀ ਇਹ ਕਾਰਡ ਬਣਾਏ ਹੋਏ, ਇਹ ਵੀ ਇਹਨਾਂ ਨੇ ਮਤਲਬ ਜਨਰਲ ਕੈਟਾਗਰੀ ਵਾਸਤੇ ਨਹੀਂ ਰੱਖੇ ਹੋਏ। ਬਿਲਕੁਲ। ਇਹ ਇਹਨਾਂ ਨੇ ਮਤਲਬ ਲੋਅਰ ਕੈਟਾਗਰੀ ਜਿਹੜੇ ਲੋਕ ਹੈਗੇ ਉਹਨਾਂ ਵਾਸਤੇ, ਮਤਲਬ ਸਰਕਾਰ ਦਾ ਮੈਨੂੰ ਲੱਗਦਾ ਪ੍ਰੀਤ ਕੋਈ ਨਾ ਕੋਈ ਇੰਜ ਦਾ ਮੰਤਰੀ ਜਾਂ ਕੋਈ ਨਾ ਕੋਈ ਪ੍ਰਧਾਨ ਮੰਤਰੀ ਕੁਛ ਨਾ ਕੁਛ ਇੰਜ ਦਾ ਆਉਣਾ ਚਾਹੀਦਾ ਹੈਗਾ ਕਿ ਜਿਹੜਾ ਇਸ ਢੰਗ ਨਾਲ ਵੀ ਸੋਚੇ ਕਿ ਹਾਂ ਵੀ ਆਪਣੇ ਦੇਸ਼ ਵਿੱਚ ਜਨਰਲ ਜਿਹੜੇ ਲੋਕ ਹੈਗੇ ਉਹਨਾਂ ਨੂੰ ਵੀ ਸਰਕਾਰ ਦੀ ਮਦਦ ਦੀ ਜ਼ਰੂਰਤ ਹੈਗੀ, ਵੀ ਇਕੱਲਾ ਲੋਅਰ ਕਾਸਟ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਸਰਕਾਰ ਦੀ ਮਦਦ ਨਹੀਂ ਚਾਹੀਦੀ, ਕਿਉਂਕਿ ਲੋਅਰ ਕਾਸਟ ਜਿਹੜੇ ਲੋਕੀ ਹੈਗੇ ਆ ਉਹ ਸਰਕਾਰ ਤੋਂ ਨੌਕਰੀਆਂ ਪ੍ਰਾਪਤ ਕਰਕੇ ਬਹੁਤ ਕਹਿੰਦੇ ਵੀ ਫਾਈਨੈਂਸ਼ੀਅਲੀ ਸਟਰੋਂਗ ਹੋ ਚੁੱਕੇ। ਹੁਣ ਸਰਕਾਰਾਂ ਨੂੰ ਰੀਅਲ ਸਹੀ ਮਾਇਨੇ ਵਿੱਚ ਜਿਹੜੇ ਲੋਕੀ ਜ਼ਰੂਰਤਮੰਦ ਹੈਗੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਹੈਗੀ ਹੈ ਸਰਕਾਰੀ ਮਦਦ ਜਾਂ ਸਰਕਾਰੀ ਨੌਕਰੀਆਂ ਜਾਂ ਕੋਈ ਰਾਸ਼ਨ ਕਾਰਡ ਜਾਂ ਪੀਲੇ ਕਾਰਡ ਉਹ ਸਭ ਕੁਝ ਬਣਨਾ ਚਾਹੀਦਾ ਵਾ। ਬਿਲਕੁਲ ਮਮਤਾ, ਲੇਕਿਨ ਇਹਨਾਂ ਨੂੰ ਰਿਜ਼ਲਟ ਨੇੜੇ ਆਉਣ ਵਾਲਾ ਹੈ, ਜਿਵੇਂ ਕਿ ਹੁਣ ਇਲੈਕਸ਼ਨ ਦੀ 10 ਮਾਰਚ ਨੂੰ ਰਿਜ਼ਲਟ ਆਉਣ ਵਾਲਾ ਹੈ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਸੀਐਮ ਚੰਨੀ ਜੀ ਉਹ ਅਮਿਤ ਸ਼ਾਹ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਕਿ ਕੈਪਟਨ ਜੀ ਅਮਿਤ ਸ਼ਾਹ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ, ਲੇਕਿਨ ਰਿਜ਼ਲਟ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮਿਲਣਾ ਜੁਲਣਾ ਹਿਲਜੁਲ ਜੀ ਲੱਗ ਰਿਹਾ, ਇਸ ਤੋਂ ਤੁਸੀਂ ਕੀ ਕਹੋਗੇ? ਯਾਰ ਪ੍ਰੀਤ ਇਹ ਤਾਂ ਨਾ ਬੜਾ ਫਨੀ ਜਿਹਾ ਹੋ ਜਾਂਦਾ ਸੀਨ। ਜਦੋਂ ਇਲੈਕਸ਼ਨ ਹੋਣੇ ਸੀਗੇ ਤੁਹਾਨੂੰ ਪਤਾ ਉਦੋਂ ਵੀ ਕਿੰਨੀਆਂ ਹਿਲਜੁਲਾਂ ਹੋਈਆਂ ਸੀ। ਰੋਜ਼ ਸਾਡੇ ਕੋਲ ਮਤਲਬ ਸਮਾਚਾਰ ਆਉਂਦੇ ਸੀਗੇ ਕਿ ਕਾਂਗਰਸੀ ਅਕਾਲੀਆਂ 'ਚ ਸ਼ਾਮਲ ਹੋ ਗਏ, ਅਕਾਲੀ ਕਾਂਗਰਸ 'ਚ ਹੋ ਗਏ, ਆਪ 'ਚ ਕੋਈ ਸ਼ਾਮਲ ਹੋ ਗਿਆ, ਕੋਈ ਕਿਸੇ 'ਚ ਸ਼ਾਮਲ ਹੋ ਗਿਆ। ਮਤਲਬ ਉਦੋਂ ਤਾਂ ਇਹਨਾਂ ਨੇ ਇੱਕ ਦੂਜੀ ਪਾਰਟੀ ਦੀ ਧੂੜ ਪੱਟਣ 'ਚ ਕੋਈ ਕਸਰ ਨਹੀਂ ਛੱਡੀ। ਔਰ ਹੁਣ ਉਹੀ ਪਾਰਟੀਆਂ ਨੇ ਜਿਹੜੀਆਂ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇੱਕ ਦੂਜੇ ਨਾਲ ਇਕੱਠੇ ਹੋਣਾ ਸ਼ੁਰੂ ਹੋ ਗਈਆਂ। ਹੁਣ ਇਹਨਾਂ ਪਾਰਟੀਆਂ ਦੀ ਨਜ਼ਰਾਂ 'ਚ ਇਹ ਇੱਕ ਦੂਜੇ ਦੀ ਜਿਹੜੀ ਪਾਰਟੀਆਂ ਹੈਗੀਆਂ ਉਹ ਵਧੀਆ ਕਰਾਰ ਹੋ ਗਈਆਂ ਨੇ ਕਿ ਹਾਂ ਜੇ ਕਹਿ ਲਓ ਵੀ ਬੀਜੇਪੀ ਤੇ ਕਾਂਗਰਸ ਕੋਲੈਬੋਰੇਟ ਹੋ ਜਾਂਦੀ ਹੈ ਤਾਂ ਬੀਜੇਪੀ ਕਾਂਗਰਸ ਨੂੰ ਕਿੰਨਾ ਬੁਰਾ ਕਹਿੰਦੀ ਸੀ, ਕਾਂਗਰਸ ਬੀਜੇਪੀ ਨੂੰ ਕਿੰਨਾ ਬੁਰਾ ਕਹਿੰਦੀ ਸੀਗੀ। ਔਰ ਮਤਲਬ ਉਹ ਕਹਿੰਦੇ ਨਾ ਕਈ ਵਾਰ ਇਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਕਿ ਇਹ ਜਦੋਂ ਮਰਜ਼ੀ ਇੱਕ ਦੂਜੇ ਤੇ ਛੀਟਾਕਸੀ ਕਰਨ ਲੱਗ ਜਾਂਦੇ ਔਰ ਕਦੀ ਇੱਕ ਦੂਜੇ ਦੇ ਨਾਲ ਗੱਲ ਵਕੜੀਆਂ ਪਾ ਕੇ ਮਤਲਬ ਕਹਿੰਦੇ ਵੀ ਇਹ ਸੱਤਾ ਦਾ ਲਾਲਚ ਹੋ ਗਿਆ ਕਿ ਸੱਤਾ ਦੇ ਲਾਲਚ ਵਿੱਚ ਤੁਸੀਂ ਬੁਰੇ ਇਨਸਾਨ ਨੂੰ ਵੀ ਚੰਗਾ ਪ੍ਰੂਵ ਕਰ ਰਹੇ ਹੋ ਔਰ ਚੰਗੇ ਨੂੰ ਵੀ ਬੁਰਾ ਪ੍ਰੂਵ ਕਰ ਰਹੇ ਹੋ। ਮਤਲਬ ਕਿ ਕੋਈ ਸ਼ਰਮ ਲਿਹਾਜ਼ ਕੋਈ ਜਨਤਾ ਦੇ ਸਾਹਮਣੇ ਨੂੰ ਕੁਛ ਨਹੀਂ ਹੈ। ਤਾਂ ਹੀ ਕਹਿੰਦੇ ਜਦੋਂ ਪੋਲਿਟਿਕਸ ਵਿੱਚ ਕਿਸੇ ਬੰਦੇ ਨੇ ਐਂਟਰ ਹੋਣਾ ਹੁੰਦਾ ਨਾ ਤਾਂ ਉਹਨੂੰ ਆਪਣੀ ਸ਼ਰਮ ਲਿਹਾਜ਼ ਸਭ ਕੁਝ ਵੇਚ ਕੇ ਆਉਣਾ ਪੈਂਦਾ, ਕਿਉਂਕਿ ਪੋਲਿਟਿਕਸ ਇੰਜ ਦੀ ਚੀਜ਼ ਹੈਗੀ ਕਿ ਜਿਹਦੇ ਵਿੱਚ ਬੰਦਾ ਪਲ ਵਿੱਚ ਤੋਲਾ ਪਲ ਵਿੱਚ ਮਾਸਾ, ਮਤਲਬ ਕਿ ਝੱਟ ਇੱਧਰ ਝੱਟ ਉੱਧਰ ਵੀ ਉਹਦਾ ਕੋਈ ਠੋਠ ਠਿਕਾਣਾ ਨਹੀਂ ਹੁੰਦਾ। ਬਿਲਕੁਲ, ਲੇਕਿਨ ਮਮਤਾ ਇਹ ਰਿਜ਼ਲਟ ਤੋਂ ਪਹਿਲਾਂ ਹੀ ਹਰ ਪਾਰਟੀ ਆਪਣੇ ਆਪ ਅੰਦਾਜ਼ੇ ਲਗਾਉਂਦੀ ਨਜ਼ਰ ਆ ਰਹੀ ਹੈ, ਖੁਦ ਹੀ ਰਿਜ਼ਲਟ ਦੱਸਦੀ ਨਜ਼ਰ ਆ ਰਹੀ ਹੈ। ਜਿਵੇਂ ਕਿ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਨਹੀਂ ਜਿੱਤ ਮਿਲ ਸਕਦੀ, ਅਸੀਂ ਪੰਜਾਬ ਦੇ ਵਿੱਚ ਨਹੀਂ ਜਿੱਤਾਂਗੇ, ਲੇਕਿਨ ਮਤਲਬ ਰਿਜ਼ਲਟ ਆਇਆ ਨਹੀਂ, ਰਿਜ਼ਲਟ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਬਿਆਨ ਦਿੱਤਾ ਕਿ ਅਸੀਂ ਸ਼ਾਇਦ ਪੰਜਾਬ ਦੇ ਵਿੱਚ ਨਹੀਂ ਜਿੱਤਾਂਗੇ। ਤੇ ਇਸ ਦੇ ਨਾਲ ਹੀ ਦੂਜਾ ਬਿਆਨ ਜਿਹੜਾ ਆਮ ਆਦਮੀ ਪਾਰਟੀ ਦਾ ਆਇਆ, ਉਹਨਾਂ ਨੇ ਕਿਹਾ ਕਿ ਇਸ ਵਾਰ ਲੋਕੀ ਬਦਲਾਅ ਚਾਹੁੰਦੇ ਸੀ ਤਾਂ ਇਸ ਵਾਰ ਪੰਜਾਬ ਦੇ ਵਿੱਚ ਕੇਜਰੀਵਾਲ ਹੀ ਆਵੇਗਾ। ਯਾਰ ਬੀਜੇਪੀ ਤਾਂ ਅਸੀਂ ਹਮੇਸ਼ਾ ਆਪਣੇ ਟਾਕ ਸ਼ੋ ਵਿੱਚ ਆਪਣੀ ਡਿਸਕਸ਼ਨ ਵਿੱਚ ਅਸੀਂ ਹਮੇਸ਼ਾ ਕਹਿੰਦੇ ਕਿ ਪੰਜਾਬ ਵਿੱਚ ਬੀਜੇਪੀ ਜਿਹੜੀ ਆਣੀ ਹੈਗੀ ਆ ਬਹੁਤ ਨਾਮੁਮਕਿਨ ਦੇ ਬਰਾਬਰ ਹੈਗੀ ਆ। ਹਾਂ ਜੇ ਕੋਈ ਜਿੱਦਾਂ ਕਿ ਬਾਰ-ਬਾਰ ਸਾਰੇ ਜਿੱਦਾਂ ਮਤਲਬ ਬਿਆਨ ਸਾਡੇ ਕੋਲ ਆ ਰਹੇ ਹੈਗੇ ਕਿ ਬੀਜੇਪੀ ਜਿਹੜੀ ਹੈਗੀ ਹੈ ਇਹਨਾਂ ਦੀ ਕਾਊਂਟਿੰਗ ਵਿੱਚ ਕੋਈ ਵੀ ਜਿਹੜੀ ਹੈਗੀ ਹੈ ਧਾਂਦਲੀ ਕਰ ਸਕਦੀ ਹੈਗੀ ਹੈ, ਤਾਂ ਉਹ ਚੀਜ਼ ਉਸ ਵਕਤ ਮਤਲਬ ਰੀਅਲ ਜਿਹੜਾ ਆਪਾਂ ਨੂੰ ਪਤਾ ਚੱਲੂਗਾ ਕਿ ਧਾਂਦਲੀਆਂ ਹੋਈਆਂ। ਕਿਉਂਕਿ ਦੇਖੋ ਲੋਕਾਂ ਦੀ ਨਜ਼ਰਾਂ ਪੂਰੀਆਂ ਜਿਹੜੀਆਂ ਹੈਗੀਆਂ ਕਾਊਂਟਿੰਗਸ ਰਹਿਣਗੀਆਂ। ਹਰ ਪਾਰਟੀ ਜਿਹੜੀ ਹੈਗੀ ਪੂਰੀ ਤਰ੍ਹਾਂ ਨਾਲ ਨਿਗਾਹ ਰੱਖਣ ਦੀ ਕੋਸ਼ਿਸ਼ ਕਰਦੀ ਹੈ ਵੀ ਕਿਸੇ ਤਰ੍ਹਾਂ ਵੀ ਕੋਈ ਧਾਂਦਲੇਬਾਜ਼ੀ ਨਾ ਹੋਵੇ, ਪਰ ਜਿਹੜੀ ਸਰਕਾਰ ਹੁੰਦੀ ਦੇਸ਼ ਵਿੱਚ ਉਸੇ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ। ਤਾਂ ਕਿਤੇ ਨਾ ਕਿਤੇ ਬੀਜੇਪੀ ਨੂੰ ਇਹ ਤਾਂ ਸੱਚ ਲੱਗ ਰਿਹਾ ਹੈਗਾ ਔਰ ਬੀਜੇਪੀ ਨੇ ਸਹੀ ਪਿਕਚਰ ਦੇਖ ਲਿੱਤੀ ਹੈਗੀ ਕਿ ਉਹ ਨਹੀਂ ਜਿੱਤ ਪਾਣਗੇ, ਬਟ ਕਿਤੇ ਨਾ ਕਿਤੇ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਜ਼ੋਰ ਵੀ ਪੂਰਾ ਲਗਾਉਣਗੇ। ਪ੍ਰੀਤ ਬਿਲਕੁਲ ਮਮਤਾ, ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। 10 ਮਾਰਚ ਬਹੁਤ ਜ਼ਿਆਦਾ ਦੂਰ ਨਹੀਂ ਰਹੀ, 10 ਮਾਰਚ ਹੁਣ ਬਹੁਤ ਨੇੜੇ ਆ ਚੁੱਕੀ ਹੈ ਔਰ ਸਾਰੀ ਪਾਰਟੀ ਵਾਲੇ ਹੁਣ ਨਤੀਜੇ ਵੱਲ ਇੰਤਜ਼ਾਰ ਕਰ ਰਹੇ ਨੇ, ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਸ ਦਿਨ ਕੀ ਰਿਜ਼ਲਟ ਹੋਏਗਾ। ਸੋ ਦੋਸਤੋ ਰਿਜ਼ਲਟ ਕੀ ਆਏਗਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਅਪਡੇਟ ਦੇਵਾਂਗੇ। ਇਸ ਦੇ ਨਾਲ ਹੀ ਅਸੀਂ ਅਗਲੀ ਵਾਰ ਫਿਰ ਤੋਂ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਮਮਤਾ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।